ਇੱਕ ਗਾਂ ਮਰੀ ਹੁੰਦੀ ਹੈ ਤੇ ਉਹਦੇ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਦੀ ਉਸ ਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ। ਹਾਦਸੇ ਦੇ ਵੇਲੇ ਉੱਥੇ ਕਿਸੇ ਨੇ ਮਦਦ ਤਾਂ ਨਹੀਂ ਕੀਤੀ, ਪਰ ਭਾਈ ਸਾਹਿਬ ਹੋਰਾਂ ਦਾ ਮੋਬਾਈਲ ਜ਼ਰੂਰ ਕੋਈ ਚੁੱਕ ਲੈ ਗਿਆ। ਕਿਵੇਂ ਵੇਖਦੇ ਹੋ ਜੀ, ਇੱਕ ਬੰਦੇ ਦੇ ਵਿੱਚ ਜਾਨ ਹੈ, ਉਹਨੂੰ ਤਾਂ ਨਹੀਂ ਕੋਈ ਚੁੱਕ ਕੇ ਲੈ ਗਿਆ ਹਸਪਤਾਲ, ਫੋਨ ਜ਼ਰੂਰ ਚੁੱਕ ਲੈ ਗਿਆ। ਮੈਂ ਜਿਹੜੀ ਪੋਸਟ ਇਹ ਪਾਈ ਸੀ, ਮੈਂ ਕਿਹਾ ਸੀ ਵੀ ਜਿਹੜਾ ਜਿਸ ਨੇ ਵੀ ਫ਼ੋਨ ਚੱਕਿਆ ਹੈ, ਜੇ ਮਾਰਕੀਟ 'ਚ ਵੇਚਣ ਜਾਏਗਾ ਉਹਨੂੰ 5-10 ਹਜ਼ਾਰ ਤੋਂ ਵੱਧ ਕੁਛ ਨਹੀਂ ਮਿਲਣਾ, ਪਰ ਮੈਂ ਫਿਰ ਵੀ ਉਹਨੂੰ 51,000 ਦੇਣ ਨੂੰ ਤਿਆਰ ਹਾਂ। ਔਰ ਇੱਦਾਂ ਦਾ ਕੰਟਰੀ ਹੈ ਜਿੱਥੇ ਆਮ ਆਦਮੀ ਦੀ ਜਿਹੜੀ ਹੈ ਜਾਨ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਸ਼ਾਇਦ ਗਾਵਾਂ ਦੀ, ਕੁੱਤਿਆਂ ਦੀ ਜ਼ਿਆਦਾ ਵੈਲਿਊ ਹੈ। ਫੀਚਰ ਹੈਗਾ ਸਿਕਿਉਰਿਟੀ ਫੀਚਰ ਵੀ ਕੋਈ ਉਹਨੂੰ ਸਿਕਿਉਰਿਟੀ ਕੋਡ ਤੋਂ ਬਿਨਾਂ ਬੰਦ ਨਹੀਂ ਕਰ ਸਕਦਾ। ਸੋ ਉਹਨਾਂ 5-6 ਘੰਟੇ ਦੇ ਵਿੱਚ ਜੇ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਐਕਟਿਵ ਹੁੰਦਾ ਤੇ ਸ਼ਾਇਦ ਫੋਨ ਜਿਹੜਾ ਉਹ ਟਰੇਸ ਕਰ ਲਿਆ ਜਾ ਸਕਦਾ ਸੀਗਾ। ਔਰ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਤੱਕ ਸਾਇਰਸ ਮਿਸਤਰੀ ਵਰਗੇ ਵੱਡੇ CEO ਦੀ ਐਕਸੀਡੈਂਟ ਨਹੀਂ ਹੁੰਦਾ ਕਿਸੇ ਰਾਸ਼ਟਰੀ ਹਾਈਵੇ 'ਤੇ, ਉਦੋਂ ਤੱਕ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦੀਆਂ। ਕਿਵੇਂ ਲੱਗਦਾ ਜੀ, ਤੁਸੀਂ ਕੈਨੇਡਾ ਵੀ ਰਹਿੰਦੇ ਹੋ ਜੀ, ਤਾਂ ਇੱਥੇ ਵੀ ਤੁਸੀਂ ਆਉਂਦੇ ਹੋ, ਤਾਂ ਉਹਨਾਂ ਦੇ ਹਾਲਾਤਾਂ ਨੂੰ ਜੇ ਕੰਪੇਅਰ ਕਰੀਏ ਜੀ, ਤਾਂ ਇਹ ਉਹ ਪੰਜਾਬ ਨਹੀਂ ਹੈ ਜਿਹੜਾ ਪੰਜਾਬ ਕਦੀ ਗੁਰੂਆਂ ਪੀਰਾਂ ਦਾ ਪੰਜਾਬ ਹੁੰਦਾ ਸੀ। ਜੇ ਸਾਨੂੰ ਭਗੌੜਾ ਕਹਿਣਾ, ਤੁਸੀਂ ਭਗੌੜੇ ਕਹਿ ਲਓ, ਅਸੀਂ ਭਗੌੜੇ ਹਾਂ। ਅਸੀਂ ਹੁਣ ਤੇ ਮਾਣ ਨਹੀਂ ਕਰਦੇ ਡਾਕਟਰ ਸਾਹਿਬ। ਔਰ ਫੋਰਟਿਸ ਹਸਪੀਟਲ ਦੇ ਵਿੱਚ ਜਿਹੜਾ ਮੈਂ ਵਿਚ ਰਿਹਾ, ਉੱਥੇ ਦੇਖ ਕੇ ਚੰਗਾ ਭਲਾ ਬੰਦਾ ਵੀ ਡਿਪਰੈਸ਼ਨ ਦਾ ਮਰੀਜ਼ ਹੋ ਸਕਦਾ ਹੈ। ਫੋਲੋ ਅਪ ਦੇ ਲਈ ਕੱਲ੍ਹ ਮਾਤਾ ਜੀ ਨੂੰ ਉੱਥੇ ਲੈ ਕੇ ਜਾਣਾ। ਮੈਂ ਕਾਲ ਕੀਤੀ ਫੋਰਟਿਸ 'ਤੇ। ਪਹਿਲੀ ਆਪਸ਼ਨ ਆਈ ਇੰਗਲਿਸ਼ 'ਚ, ਦੂਜੀ ਆਪਸ਼ਨ ਆਈ ਪੰਜਾਬੀ 'ਚ, ਅਤੇ ਤੀਜੀ ਆਪਸ਼ਨ ਪਤਾ ਨਹੀਂ ਕਿਹੜੀ ਲੈਂਗੁਏਜ ਦੀ ਆਈ। ਮੈਂ ਦੂਜੀ ਆਪਸ਼ਨ ਕੀਤੀ ਪੰਜਾਬੀ। ਮੈਂ ਆਪਸ਼ਨ ਉਹ ਪੰਜਾਬੀ ਦੀ ਹੈ। ਜਦੋਂ ਮੈਂ ਹੈਲੋ ਕੀਤਾ ਤਾਂ ਅੱਗੋਂ ਹਿੰਦੀ 'ਚ ਗੱਲ ਕਰ ਰਹੇ ਨੇ। ਮੈਂ ਕਿਹਾ ਜੀ ਵੀ ਮੈਂ ਆਪਸ਼ਨ ਤਾਂ ਪੰਜਾਬੀ ਦੀ ਕੀਤੀ ਆ, ਉਹ ਤੁਸੀਂ ਹਿੰਦੀ 'ਚ ਕਿਉਂ ਗੱਲ ਕਰ ਰਹੇ ਹੋ? ਮੈਂ ਜਦੋਂ ਪੰਜਾਬੀ 'ਚ ਗੱਲ ਕੀਤੀ ਤਾਂ ਬੀਬਾ ਜੀ ਕਹਿੰਦੇ ਵੀ ਸਰ ਇੱਥੇ ਨਾ ਲੋਕੀ ਪੰਜਾਬੀ ਨਹੀਂ ਬੋਲਦੇ, ਪੰਜਾਬੀ ਬੋਲਣ 'ਚ ਸ਼ਰਮ ਆਉਂਦੀ ਹੈ। ਮੈਂ ਕਿਹਾ ਵੀ ਪੰਜਾਬੀ ਬੋਲਣ 'ਚ ਕਿਸ ਗੱਲ ਦੀ ਸ਼ਰਮ ਆਉਂਦੀ ਹੈ? ਪੰਜਾਬੀ ਜਿਹੜੀ ਹੈ ਉਹ ਸਾਡੀ ਮਾਂ ਬੋਲੀ ਹੈ, ਪੰਜਾਬੀ ਬੋਲਣ 'ਚ ਕਿਸ ਗੱਲ ਦੀ ਤੁਹਾਨੂੰ ਸ਼ਰਮ ਆਉਂਦੀ ਹੈ? ਕਹਿੰਦੇ ਨਹੀਂ ਜੀ, ਇੱਥੇ ਸਾਨੂੰ ਕਿਹਾ ਗਿਆ ਹੈ ਵੀ ਜੇ ਤੁਸੀਂ ਹਿੰਦੀ ਨਹੀਂ ਬੋਲੋਗੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ। ਅਗਲੀ ਇੰਟਰਵਿਊ ਦੇ ਵਿੱਚ HP ਯੂਨੀਵਰਸਿਟੀ ਤੋਂ ਇੱਕ ਅਬਜ਼ਰਵਰ ਆਇਆ, ਉਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ। ਉਹਨਾਂ ਨੇ ਕਿਹਾ ਵੀ ਜੀ ਤੁਸੀਂ ਕਿਉਂ ਪੰਜਾਬ ਦੇ ਬੰਦੇ ਇੱਥੇ ਅਪੁਆਇੰਟ ਕਰ ਰਹੇ ਹੋ? ਉਹ ਕਹਿੰਦੇ ਨਹੀਂ ਜੀ, ਵੀ ਤੁਸੀਂ ਪੰਜਾਬ ਤੋਂ, ਤੁਸੀਂ ਇੱਥੇ ਪੰਜਾਬੀਆਂ ਸਾਰਿਆਂ ਨੂੰ ਰੱਖ ਰਹੇ ਹੋ। ਇਹ ਹਿਮਾਚਲ ਦੀ ਯੂਨੀਵਰਸਿਟੀ ਹੈ, ਹਿਮਾਚਲ ਦੇ ਵਿੱਚ ਯੂਨੀਵਰਸਿਟੀ ਹੈ, ਔਰ ਇੱਥੇ ਹਿਮਾਚਲ ਡੋਮੀਸਾਈਲ ਵਾਲੇ ਬੰਦੇ ਹੀ ਜਿਹੜੇ ਹੈ ਉਹ ਨੌਕਰੀ ਕਰ ਸਕਦੇ ਆ। ਅਗਲੀ ਵਾਰ ਤੋਂ ਜਿਹੜਾ ਹੈ ਵੀ ਤੁਸੀਂ ਇੱਥੇ ਪੰਜਾਬ ਦਾ ਕੋਈ ਵੀ ਕੈਂਡੀਡੇਟ ਜਿਹੜਾ ਇੱਥੇ ਅਪੁਆਇੰਟ ਨਹੀਂ ਕਰਨਾ। ਵੀ ਪੰਜਾਬੀਆਂ ਦਾ ਆਪਣੇ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਕੋਈ ਵੈਲਿਊ ਨਹੀਂ ਹੈ, ਕੋਈ ਰਿਸਪੈਕਟ ਨਹੀਂ ਹੈ, ਅਤੇ ਪੰਜਾਬੀ ਬਾਹਰ ਨਾ ਜਾਣ ਤੇ ਕੀ ਕਰੀਏ? ਕੈਨੇਡਾ ਦੇ ਵਿੱਚ ਵੈਲਿਊ ਤਾਂ ਹੈ ਨਾ। ਕੈਨੇਡਾ ਦਾ ਰੱਖਿਆ ਮੰਤਰੀ ਪੰਜਾਬੀ, ਸਰੀ ਦੇ MP ਸਾਰੇ ਪੰਜਾਬੀ, ਸਰੀ ਦੇ MLA ਸਾਰੇ ਪੰਜਾਬੀ, ਸਰੀ ਦੇ ਮੇਅਰ ਜਿਹੜੇ ਕੌਂਸਲਰ ਸਾਰੇ ਪੰਜਾਬੀ। ਤੁਸੀਂ ਪੰਜਾਬ ਯੂਨੀਵਰਸਿਟੀ ਦੇਖ ਲਓ, ਪੰਜਾਬ ਯੂਨੀਵਰਸਿਟੀ 'ਚ ਕਿੰਨੇ ਪਗੜੀਧਾਰੀ ਨੇ ਮੈਨੂੰ ਦੱਸੋ, ਪ੍ਰੋਫੈਸਰ ਇਸ ਟਾਈਮ ਕੰਮ ਕਰਦੇ। ਤੁਸੀਂ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇਖ ਲਓ, ਦੱਸ ਦਿਓ ਮੈਨੂੰ ਕਿੰਨੇ ਬੰਦੇ ਉੱਥੇ ਪੰਜਾਬੀ ਕੰਮ ਕਰਦੇ ਨੇ ਜਿਹੜੇ ਪੱਗ ਬੰਨ੍ਹਦੇ ਨੇ। ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇਖ ਲਓ, ਕਿੰਨੇ ਬੰਦੇ ਨੇ ਪੰਜਾਬੀ ਕੰਮ ਕਰਦੇ ਨੇ ਜਿਨ੍ਹਾਂ ਨੇ ਪਗੜੀਆਂ ਰੱਖੀਆਂ ਹੋਈਆਂ ਨੇ। ਪੰਜਾਬ ਦੀ ਧਰਤੀ ਦੇ, ਪੰਜਾਬ ਦੇ ਪਿੰਡਾਂ ਦੇ ਉੱਪਰ ਚੰਡੀਗੜ੍ਹ ਬਣਿਆ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ, ਪੰਜਾਬ ਦੇ ਪੈਸੇ ਦੇ ਨਾਲ ਚੰਡੀਗੜ੍ਹ ਬਣਿਆ। ਪੰਜਾਬ ਯੂਨੀਵਰਸਿਟੀ ਨੂੰ ਜਿਹੜੀ ਹੈ ਪੰਜਾਬ ਗੌਰਮੈਂਟ ਪੈਸਾ ਦਿੰਦੀ ਹੈ, ਪੰਜਾਬ ਯੂਨੀਵਰਸਿਟੀ ਪੰਜਾਬ ਗੌਰਮੈਂਟ ਦੇ ਪੈਸੇ ਦੇ ਉੱਪਰ ਚੱਲਦੀ ਹੈ। ਔਰ ਇੱਥੇ ਜਿਹੜੀ ਹੈਗੀ ਆ ਪੰਜਾਬੀਆਂ ਦੀ ਕੋਈ ਜਿਹੜੀ ਆ ਕੋਈ ਬੁੱਕਤ ਹੀ ਨਹੀਂ, ਕੋਈ ਔਕਾਤ ਹੀ ਨਹੀਂ ਹੈ। ਸਰਕਾਰ ਦੇ ਸਮਰਥਕ ਕਹਿ ਲਓ, ਜਾਂ ਤੁਸੀਂ ਜਿਨ੍ਹਾਂ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਨੌਨ ਪੰਜਾਬੀ ਨਹੀਂ ਰੱਖੇ, ਉਹਨਾਂ ਦੇ ਸਮਰਥਕ ਕਹਿ ਲਓ, ਉਹ ਕਹਿੰਦੇ ਜਦੋਂ ਤਾਂ ਜੀ ਕੋਈ ਪੰਜਾਬੀ ਕੈਨੇਡਾ ਦੇ ਵਿੱਚ ਰੱਖੇ ਜਾਂਦੇ ਆ, ਕੈਨੇਡਾ ਦੇ ਵਿੱਚ ਅੰਗਰੇਜ਼ ਰੱਖੇ ਜਾਣ, ਉੱਥੇ ਗੋਰਿਆਂ ਦਾ ਮੁਲਕ ਹੈ, ਗੋਰੇ ਰੱਖੇ ਜਾਣ, ਜਾਂ ਫਿਰ UP ਦੇ ਵਿੱਚ ਕੋਈ ਪਗੜੀਧਾਰੀ ਪੁਲਿਸ ਆਫੀਸਰ ਬਣ ਜਾਂਦਾ, ਉਦੋਂ ਤਾਂ ਕਹਿੰਦੇ ਬੜੀਆਂ ਛਾਲਾਂ ਮਾਰਦੇ ਪੰਜਾਬੀ। ਉਦੋਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਪ੍ਰਵਾਸੀਆਂ ਦੇ ਜਾ ਕੇ ਕਿਉਂ ਪੰਜਾਬੀਆਂ ਨੂੰ ਰੱਖਿਆ? ਉਦੋਂ ਕਿਉਂ ਕਹਿੰਦੇ ਤੁਸੀਂ ਫਿਰ ਉਹ ਕਰਦੇ? ਜੇ ਅਸੀਂ ਕੈਨੇਡਾ ਜਾ ਕੇ ਪ੍ਰਾਪਤੀਆਂ ਕੀਤੀਆਂ ਨੇ ਤੇ ਅਸੀਂ ਉਹਨਾਂ ਦੇ ਸਿਸਟਮ ਨੂੰ ਅਪਣਾਇਆ, ਨਾ ਕਿ ਆਪਣਾ ਸਿਸਟਮ ਉਹਨਾਂ 'ਤੇ ਥੋਪਿਆ। ਕੀ ਅਸੀਂ ਕਿਹਾ ਆਨਰੇਬਲ ਜਸਟਿਨ ਟਰੂਡੋ ਨੂੰ ਕਿ ਤੁਸੀਂ ਪੰਜਾਬੀ 'ਚ ਗੱਲ ਕਰੋ? ਪਹਿਲਾਂ ਇੱਕ ਸਰਕਾਰ ਆਈ, ਉਹ ਕਹਿੰਦੇ ਜੀ ਉਸ ਤੋਂ ਬਾਅਦ ਬਦਲਾਵ ਲਿਆਉਣਾ ਹੈ। ਸੋ ਜਿਹੜਾ ਮੈਂ ਬਦਲਾਵ ਇੱਥੇ ਆ ਕੇ ਪਿਛਲੇ 1 ਮਹੀਨੇ 'ਚ ਦੇਖਿਆ ਤੇ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਵੀ ਹੁਣ ਤਾਂ ਵਾਹਿਗੁਰੂ ਹੀ ਰਾਖਾ ਇਸ ਪੰਜਾਬ ਦਾ। ਸਤਿ ਸ੍ਰੀ ਅਕਾਲ ਜੀ ਦਰਸ਼ਕੋ, ਬੀਤੀ 15 ਜਨਵਰੀ ਨੂੰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀਗੀ
ਖਬਰ ਇਹ ਸੀ ਕਿ ਇੱਕ ਸ਼ੂਗਰ ਮਿਲ ਦੇ ਇੰਜੀਨੀਅਰ ਅਮਿੰਦਰਪਾਲ ਸਿੰਘ ਜਿਹੜੇ ਕੰਮ ਤੋਂ ਆਉਂਦੇ ਨੇ, ਰਾਤ ਵੇਲੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ। ਇੱਕ ਗਾਂ ਮਰੀ ਹੁੰਦੀ ਹੈ ਅਤੇ ਉਹਦੇ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਦੀ ਉਸ ਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ। ਇਹਦੇ ਤੋਂ ਬਾਅਦ ਇੱਕ ਖਬਰ ਹੋਰ ਆਉਂਦੀ ਹੈ ਜਿਹਦੇ ਵਿੱਚ ਇਹ ਪਤਾ ਲੱਗਦਾ ਹੈ ਵੀ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਹਾਦਸੇ ਦੇ ਵੇਲੇ ਉੱਥੇ ਕਿਸੇ ਨੇ ਮਦਦ ਤਾਂ ਨਹੀਂ ਕੀਤੀ, ਪਰ ਭਾਈ ਸਾਹਿਬ ਹੋਰਾਂ ਦਾ ਮੋਬਾਈਲ ਜ਼ਰੂਰ ਕੋਈ ਚੁੱਕ ਲੈ ਗਿਆ। ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਚੱਲੀ। ਉਦੋਂ ਲੋਕਾਂ ਨੇ ਬਹੁਤ ਲਾਹਣਤਾਂ ਪਾਈਆਂ, ਲੋਕਾਂ ਨੇ ਪੰਜਾਬੀਆਂ ਨੂੰ ਵੀ ਲਾਹਣਤਾਂ ਪਾਈਆਂ, ਜਿਹੜੇ ਕਈਆਂ ਨੇ ਇਨਸਾਨਾਂ ਨੂੰ ਪਾਈਆਂ ਵੀ ਆਪਾਂ ਇਨਸਾਨਾਂ ਤੋਂ ਹੈਵਾਨ ਬਣ ਗਏ ਹਾਂ, ਸਾਡੇ ਨਾਲੋਂ ਤਾਂ ਡੰਗਰ ਚੰਗੇ ਨੇ। ਤਾਂ ਹੁਣ ਇਸ ਦੇ ਉੱਤੇ ਉਹਨਾਂ ਦੇ ਬ੍ਰਦਰ ਡਾਕਟਰ ਜਸਵਿੰਦਰ ਸਿੰਘ ਦਿਲਾਵਰੀ ਲਗਾਤਾਰ ਇਹ ਗੱਲ ਕਹਿੰਦੇ ਰਹੇ ਵੀ ਕਿਰਪਾ ਕਰਕੇ ਮੇਰੇ ਭਰਾ ਦਾ ਫੋਨ ਦੇ ਦਿਓ, ਜਿਹਦੇ ਕੋਲ ਵੀ ਹੈ ਅਸੀਂ ਕੋਈ ਰਿਪੋਰਟ ਨਹੀਂ ਲਿਖਾਉਣੀ, ਸਗੋਂ ਉਸ ਬੰਦੇ ਨੂੰ 8-10 ਹਜ਼ਾਰ ਦੇ ਫੋਨ ਦੇ ਬਦਲੇ 50,000 ਰੁਪਇਆ ਮੈਂ ਪੱਲਿਓਂ ਦੇਵਾਂਗਾ। ਖੈਰ ਫੋਨ ਨਹੀਂ ਮਿਲਦਾ। ਪਰ ਇਸ ਸਾਰੀ ਖਬਰ ਦੇ ਨਾਲ ਦੋ ਤਿੰਨ ਮੁੱਦੇ ਬਣ ਜਾਂਦੇ ਨੇ ਜਾਂ ਗੱਲਾਂ ਕਰਨਯੋਗ ਨੇ। ਉਹ ਇੱਕ ਵੀ ਅਵਾਰਾ ਗਾਵਾਂ ਦੇ ਲਈ ਜਾਂ ਗਊ ਸੈਸਤਾ ਲਿਆ ਜਾਂਦਾ ਹੈ, ਪਰ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਦੂਜਾ, ਨੈਤਿਕਤਾ ਦੇ ਤੌਰ 'ਤੇ ਅਸੀਂ ਕਿੱਥੇ ਖੜ੍ਹੇ ਹਾਂ। ਮੋਬਾਈਲ ਕੋਈ ਵੀ ਲੈ ਗਿਆ ਪਰ ਇਨਸਾਨ ਨਹੀਂ ਰਿਹਾ। ਅਤੇ ਤੀਜੀ ਗੱਲ, ਜਦੋਂ ਰਿਪੋਰਟ ਲਿਖਾ ਦਿੱਤੀ ਜਾਂਦੀ ਹੈ ਮੋਬਾਈਲ ਦੀ, ਤਾਂ ਪੁਲਿਸ ਕੀ ਕਰਦੀ ਹੈ, ਪੁਲਿਸ ਤੰਤਰ ਕੀ ਕਰਦਾ ਹੈ। ਤਾਂ ਬਹੁਤ ਸਮੇਂ ਤੋਂ ਡਾਕਟਰ ਜਸਵਿੰਦਰ ਸਿੰਘ ਦਿਲਾਵਰੀ ਕੈਨੇਡਾ ਦੇ ਵਿੱਚ ਹੀ ਨੇ, ਕੈਨੇਡਾ ਵਾਪਸ ਚਲੇ ਜਾਂਦੇ ਨੇ। ਹੁਣ ਮਾਤਾ ਜੀ ਮੁੜ ਕੇ ਬਿਮਾਰ ਹੁੰਦੇ ਨੇ, ਫਿਰ ਆਪਣੀ ਮਾਂ ਦੀ ਦੇਖ ਰੇਖ ਦੇ ਲਈ ਕੈਨੇਡਾ ਤੋਂ ਸਪੈਸ਼ਲ ਚੱਲ ਕੇ ਆਉਂਦੇ ਨੇ। ਉਦੋਂ ਇੰਟਰਵਿਊ ਦੇਣ ਦੇ ਹਾਲਾਤ ਦੇ ਵਿੱਚ ਨਹੀਂ ਸੀਗੇ। ਤਾਂ ਅੱਜ ਡਾਕਟਰ ਜਸਵਿੰਦਰ ਸਿੰਘ ਦਿਲਾਵਰੀ ਸਾਡੇ ਨਾਲ ਨੇ, ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੋਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਕਿਵੇਂ ਵੇਖਦੇ ਹੋ ਜੀ? ਪਹਿਲਾਂ ਤਾਂ ਉਸ ਮਾੜੇ ਦਿਨ ਦਾ ਸਾਨੂੰ ਵੀ ਬਹੁਤ ਦੁੱਖ ਹੈ ਜੀ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਅਤੇ ਉਹ ਕਿਸ ਤਰ੍ਹਾਂ ਹਾਦਸਾ ਹੁੰਦਾ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਜੀ? ਮੇਰੇ ਤੋਂ 9 ਸਾਲ ਵੱਡੇ ਸੀਗੇ ਜੀ ਭਾਈ ਸਾਹਿਬ। ਉਹਨਾਂ ਦਾ ਨਾਮ ਸਰਦਾਰ ਅਮਿੰਦਰਪਾਲ ਸਿੰਘ ਦਿਲਾਵਰੀ, ਚੀਫ ਇੰਜੀਨੀਅਰ ਸੀਗੇ ਉਹ ਬੁੱਢੇਵਾਲ ਸ਼ੂਗਰ ਮਿਲ ਦੇ ਵਿੱਚ। ਪੰਜਾਬ ਸਹਿਕਾਰਤਾ ਮੰਤਰਾਲੇ ਦੇ ਅੰਡਰ ਆਉਂਦਾ ਇਹ, ਜਿਹੜਾ ਕਿ ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਦਾ ਕਾਰਜਭਾਰ ਦੇਖ ਰਹੇ ਨੇ। ਸੋ ਉਹਨਾਂ ਦਾ ਬਰਥਡੇ ਸੀਗਾ ਲੋਹੜੀ ਵਾਲੇ ਦਿਨ 13 ਜਨਵਰੀ ਨੂੰ, ਅਤੇ 2 ਦਿਨ ਆਪਣੀ ਫੈਮਿਲੀ ਦੇ ਨਾਲ ਇੱਥੇ ਮੋਹਾਲੀ ਰਹਿੰਦੀ ਸੀ ਉਹਨਾਂ ਦੀ ਫੈਮਿਲੀ। ਬੱਚੇ 2 ਨੇ ਉਹਨਾਂ ਦੇ। ਬੇਟਾ ਉਹਨਾਂ ਦਾ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਹੈ ਔਰ IIM ਅਹਿਮਦਾਬਾਦ ਤੋਂ MBA ਕੀਤੀ ਹੈ। ਬੇਟੀ ਉਹਨਾਂ ਦੀ MBBS ਕਰ ਰਹੀ ਹੈ ਸੈਕਟਰ 32 ਦੇ ਕਾਲਜ ਤੋਂ। ਸੋ ਉਹਨਾਂ ਦੇ ਨਾਲ ਬਰਥਡੇ ਮਨਾਉਣ ਦੇ ਲਈ ਆਏ ਸੀਗੇ ਔਰ ਉਸ ਤੋਂ ਬਾਅਦ ਮਿਲ ਤੋਂ ਉਹਨਾਂ ਨੂੰ ਕਾਲ ਆਈ ਕਿ ਉੱਥੇ ਉਹਨਾਂ ਦੀ ਜ਼ਰੂਰਤ ਹੈ, ਅਤੇ ਉਹ ਇੱਥੋਂ ਆਪਣੇ ਘਰੋਂ 6 ਵਜੇ ਮੋਹਾਲੀ ਤੋਂ ਚੱਲੇ ਨੇ। ਔਰ ਰਸਤੇ ਦੇ ਵਿੱਚ ਸਮਰਾਲੇ ਤੋਂ ਪਹਿਲਾਂ ਬੌਂਦਲੀ ਪਿੰਡ ਆਉਂਦਾ ਔਰ ਉੱਥੇ ਇੱਕ ਗਾਂ ਮਰੀ ਹੋਈ ਸੀ। ਜੋ ਪਤਾ ਲੱਗਿਆ ਲੋਕਾਂ ਤੋਂ ਵੀ ਉਹ ਮਰੀ ਗਾਂ ਨੂੰ ਕਿਸੇ ਨੇ ਉੱਥੋਂ ਨਹੀਂ ਹਟਾਇਆ। ਇਹ ਨਹੀਂ ਪਤਾ ਵੀ ਕਿੰਨੀ ਦੇਰ ਉੱਥੇ ਉਹ ਪਈ ਰਹੀ ਮਰੀ ਹੋਈ ਗਾਂ। ਅੱਧਾ ਘੰਟਾ ਪਹਿਲਾਂ ਮਰੀ, ਸ਼ਾਮ ਦੇ 6 ਵਜੇ ਸੀਗੇ, ਸ਼ਾਮ ਦੇ 6 ਵਜੇ, ਅੱਧਾ ਘੰਟਾ ਪਹਿਲਾਂ ਮਰੀ ਸੀ ਜਾਂ ਘੰਟਾ ਪਹਿਲਾਂ, ਇਹ ਕਿਸੇ ਨੂੰ ਨਹੀਂ ਪਤਾ। ਔਰ ਲੋਕ ਇਹ ਕਹਿੰਦੇ ਨੇ ਵੀ ਮੇਰੇ ਬ੍ਰਦਰ ਦੀ ਐਕਸੀਡੈਂਟ ਤੋਂ ਪਹਿਲਾਂ ਉੱਥੇ 3-4 ਐਕਸੀਡੈਂਟ ਹੋਰ ਹੋ ਚੁੱਕੇ ਸੀਗੇ। ਔਰ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ 2 ਮਿੰਟ ਪਹਿਲਾਂ ਹੀ ਇੱਕ ਡਸਟਰ ਗੱਡੀ ਦਾ ਐਕਸੀਡੈਂਟ ਹੋਇਆ ਔਰ ਉਹ ਹਜੇ ਗੱਡੀ ਵਾਲਾ ਬਾਹਰ ਨਿਕਲ ਹੀ ਰਿਹਾ ਸੀਗਾ, ਜਿਹੜੇ ਦੇਖਣ ਵਾਲਿਆਂ ਨੇ ਦੱਸਿਆ ਬਾਅਦ 'ਚੋਂ। ਸੋ ਉਹ ਗਾਂ ਦੇ ਕਾਰਨ ਜਿਹੜੀ ਇਹਨਾਂ ਦੀ ਗੱਡੀ ਆ ਬੇਕਾਬੂ ਹੋ ਗਈ, ਜਾਂ ਡਸਟਰ ਵਾਲੇ ਨੂੰ ਬਚਾਉਣ ਦੇ ਲਈ ਬੇਕਾਬੂ ਹੋ ਗਈ, ਅਤੇ ਜਿਹੜਾ ਹੈਗਾ ਇਹਨਾਂ ਦਾ ਉੱਥੇ ਹਾਦਸਾ ਹੋ ਗਿਆ। ਅਤੇ ਹਾਦਸੇ ਦੇ ਵਿੱਚ ਜਾਨ ਮੌਕੇ 'ਤੇ ਚਲੇ ਜਾਂਦੀ, ਜਾਂ ਕਿਸੇ ਨੇ ਕੁਛ ਦੇਖਿਆ ਵੀ ਅਭੀ ਸਾਹ ਚੱਲਦੇ ਸੀ ਜਾਂ ਨਹੀਂ ਸੀ, ਐਵੇਂ ਕੁਛ? ਇੰਨਾ ਤਾਂ ਕੁਛ ਪਤਾ ਨਹੀਂ ਲੱਗਿਆ, ਪਰ ਕੌਮੀ ਇਨਸਾਫ ਮੋਰਚਾ ਮੋਹਾਲੀ ਤੋਂ ਕੋਈ ਜਿਹੜੇ ਗੁਰਸਿੱਖ ਸੱਜਣ ਨੇ, ਉਹਨਾਂ ਦਾ ਨਾਮ ਸਰਦਾਰ ਮੰਗਟ ਹੈ ਸ਼ਾਇਦ, ਉਹਨਾਂ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਗੱਡੀ 'ਚੋਂ। ਅਤੇ ਉਹਨਾਂ ਨੇ, ਉਹ ਕਹਿੰਦੇ ਨੇ, ਉਹਨਾਂ ਦੀ ਮੇਰੇ ਨਾਲ ਫੋਨ 'ਤੇ ਗੱਲ ਹੋਈ ਵੀ 6 ਵਾਰ ਅਸੀਂ ਕਾਲ ਕੀਤੀ ਐਂਬੂਲੈਂਸ ਨੂੰ, 6ਵੀਂ ਵਾਰ ਉੱਥੇ ਐਂਬੂਲੈਂਸ ਆਈ ਹੈ। ਉਹ ਕਹਿੰਦੇ ਨੇ ਵੀ ਉਦੋਂ ਜਾਨ ਸੀਗੀ ਹਜੇ ਉਹਨਾਂ ਦੇ ਵਿੱਚ, ਪਰ ਹੋਸਪਿਟਲ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ ਵਿੱਚ ਬਰੌਟ ਡੈਡ ਲਿਖਿਆ ਗਿਆ। ਸਮਰਾਲੇ ਸਿਵਲ ਹੋਸਪਿਟਲ 'ਚ ਇਹਨਾਂ ਦਾ ਪੋਸਟਮਾਰਟਮ ਹੋਇਆ ਸੀ।
ਮਤਲਬ ਉਹ ਕਹਿੰਦੇ ਜਾਨ ਸੀਗੀ, ਇਹਦਾ ਮਤਲਬ ਜਦੋਂ ਜਾਨ ਸੀਗੀ ਜੀ ਤਾਂ ਫੋਨ ਉਦੋਂ ਹੀ ਚੁੱਕਿਆ ਜਾਂਦਾ ਜੀ ਉਹਨਾਂ ਦਾ। ਤੇ ਕਿਵੇਂ ਵੇਖਦੇ ਹੋ ਜੀ, ਇੱਕ ਬੰਦੇ ਦੇ ਵਿੱਚ ਜਾਨ ਹੈ, ਉਹਨੂੰ ਤਾਂ ਨਹੀਂ ਕੋਈ ਚੁੱਕ ਕੇ ਲੈ ਗਿਆ ਹਸਪਤਾਲ, ਫੋਨ ਜ਼ਰੂਰ ਚੁੱਕ ਲੈ ਗਏ। ਮੈਂ ਇਹ ਕਹੂੰਗਾ ਜੀ, ਉਹ ਫੋਨ ਜਿਹੜਾ ਸੀਗਾ ਉਹ ਦੋਨੋਂ ਬੱਚਿਆਂ ਨੇ ਬਰਥਡੇ 'ਤੇ ਗਿਫਟ ਦਿੱਤਾ ਸੀ। ਵੈਸੇ ਉਹਦੀ ਜਿਹੜੀ ਕਾਸਟ ਹੈ ਫੋਨ ਦੀ 60,000 ਸੀਗੀ ਮਾਰਕੀਟ ਦੇ ਵਿੱਚ। ਅਤੇ ਮੈਂ ਜਿਹੜੀ ਪੋਸਟ 'ਤੇ ਪਾਈ ਸੀ, ਮੈਂ ਕਿਹਾ ਸੀ ਵੀ ਜਿਹੜਾ ਜਿਸਨੇ ਵੀ ਫ਼ੋਨ ਚੱਕਿਆ ਹੈ, ਜੇ ਮਾਰਕੀਟ 'ਚ ਵੇਚਣ ਜਾਏਗਾ ਉਹਨੂੰ 5-10 ਹਜ਼ਾਰ ਤੋਂ ਵੱਧ ਕੁਛ ਨਹੀਂ ਮਿਲਣਾ। ਪਰ ਮੈਂ ਫਿਰ ਵੀ ਉਹਨੂੰ 51,000 ਦੇਣ ਨੂੰ ਤਿਆਰ ਹਾਂ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਸੀਗੀਆਂ ਉਹ ਫੈਮਿਲੀ ਦੀਆਂ ਸੀਗੀਆਂ। ਇੱਕ ਇਮੋਸ਼ਨਲ ਵੈਲਿਊ ਸੀ ਉਹਦੀ, ਕੋਈ ਫਾਈਨੈਂਸ਼ੀਅਲ ਵੈਲਿਊ ਦੀ ਗੱਲ ਨਹੀਂ ਅਸੀਂ ਕਰਦੇ, ਪਰ ਉਹਦੀ ਇੱਕ ਇਮੋਸ਼ਨ ਵੈਲਿਊ ਸੀ। ਜੋ ਵਾਪਸ ਆ ਜਾਂਦਾ ਸ਼ਾਇਦ ਅਸੀਂ ਉਹ ਯਾਦਾਂ ਨੂੰ ਜਿਹੜੀਆਂ ਆਪਣੇ ਕੋਲ ਸੰਭਾਲ ਕੇ ਰੱਖ ਸਕਦੇ, ਕਿਉਂਕਿ ਸਾਡੇ ਕੋਲ ਹੁਣ ਯਾਦਾਂ ਹੀ ਹੈ, ਹੋਰ ਸਾਡੇ ਕੋਲ ਯਾਦਾਂ ਤੋਂ ਇਲਾਵਾ ਕੁਛ ਨਹੀਂ ਹੈ। ਜਦੋਂ ਫੋਨ ਦਾ ਤੁਹਾਨੂੰ ਪਤਾ ਲੱਗਦਾ ਹੈ ਜੀ ਤਾਂ ਤੁਸੀਂ ਕੰਪਲੇਂਟ ਵੀ ਕਰਦੇ ਹੋ ਜੀ ਉਹਦੀ? ਜੀ, ਫੋਨ ਜਿਹੜਾ ਹੈ ਜਦੋਂ ਪਤਾ ਲੱਗਦਾ ਹੈ ਤੇ ਮੇਰੇ ਬ੍ਰਦਰ ਦੀ ਫੈਮਿਲੀ ਨੇ ਉਦੋਂ ਜਿਹੜਾ ਪੁਲਿਸ ਸਟੇਸ਼ਨ ਸੀਗਾ ਸਮਰਾਲੇ, ਉਹਨਾਂ ਨੂੰ ਦੱਸਿਆ ਵੀ ਫੋਨ ਔਨ ਹੈ, ਅਤੇ ਜਦੋਂ ਤੱਕ ਫੋਨ ਦੀ ਬੈਟਰੀ ਹੈਗੀ ਹੈ ਉਦੋਂ ਤੱਕ ਫੋਨ ਔਨ ਹੀ ਰਹੇਗਾ, ਕਿਉਂਕਿ ਉਹਦਾ ਫੀਚਰ ਹੈਗਾ ਸਿਕਿਉਰਿਟੀ ਫੀਚਰ ਵੀ ਕੋਈ ਉਹਨੂੰ ਸਿਕਿਉਰਿਟੀ ਕੋਡ ਤੋਂ ਬਿਨਾਂ ਬੰਦ ਨਹੀਂ ਕਰ ਸਕਦਾ। ਸੋ ਉਹਨਾਂ 5-6 ਘੰਟੇ ਦੇ ਵਿੱਚ ਜੇ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਐਕਟਿਵ ਹੁੰਦਾ ਅਤੇ ਸ਼ਾਇਦ ਫੋਨ ਜਿਹੜਾ ਹੈ ਉਹ ਟਰੇਸ ਕਰ ਲਿਆ ਜਾ ਸਕਦਾ ਸੀਗਾ। ਔਰ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਜਦੋਂ ਤੱਕ ਸਾਇਰਸ ਮਿਸਤਰੀ ਵਰਗੇ ਵੱਡੇ CEO ਦੀ ਐਕਸੀਡੈਂਟ ਨਹੀਂ ਹੁੰਦਾ ਕਿਸੇ ਰਾਸ਼ਟਰੀ ਹਾਈਵੇ 'ਤੇ, ਉਦੋਂ ਤੱਕ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦੀਆਂ। ਔਰ ਇੱਦਾਂ ਦਾ ਕੰਟਰੀ ਹੈ ਜਿੱਥੇ ਆਮ ਆਦਮੀ ਦੀ ਜਿਹੜੀ ਹੈ ਜਾਨ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਸ਼ਾਇਦ ਗਾਵਾਂ ਦੀ, ਕੁੱਤਿਆਂ ਦੀ ਜ਼ਿਆਦਾ ਵੈਲਿਊ ਹੈ। ਔਰ ਗਊ ਸੈਸ ਵੀ ਲਿਆ ਜਾਂਦਾ ਹੈ। ਹਾਈਵੇ ਵਾਲੇ ਵੀ ਜਿਹੜੇ ਨੇ ਉਹ ਵੀ ਆਪਣੇ ਟੋਲ ਟੈਕਸ ਲੈਂਦੇ ਨੇ। ਦੱਸਿਆ ਗਿਆ ਵੀ ਕਹਿੰਦੇ ਜਿਹੜਾ ਉਹ ਹਾਈਵੇ ਹੈ ਉਹਦੇ 'ਤੇ ਥੋੜ੍ਹੀ ਦੂਰੀ ਦੇ ਉੱਪਰ 2 ਟੋਲ ਟੈਕਸ ਨੇ ਜਿਹੜੇ 100 ਰੁਪਇਆ ਟੈਕਸ ਲੈਂਦੇ ਨੇ। ਪਹਿਲੀ ਗੱਲ ਵੀ ਉਹ ਹਾਈਵੇ 'ਤੇ ਲਾਈਟਾਂ ਕਿਉਂ ਨਹੀਂ ਸੀਗੀਆਂ। ਦੂਸਰੀ ਗੱਲ, ਜੇ ਉੱਥੇ ਗਾਂ ਮਰੀ ਹੋਈ ਸੀ ਅਤੇ ਗਾਂ ਹੀ ਚੱਕੀ ਜਾਂਦੀ, ਜਾਂ ਜੇ ਉੱਥੇ ਇੱਕ ਦੋ ਐਕਸੀਡੈਂਟ ਹੋ ਗਏ ਸੀ ਅਤੇ ਉੱਥੇ ਜਿਹੜੇ ਲੋਕ ਆਲੇ ਦੁਆਲੇ ਨੇ ਉਹ ਹੀ ਥੋੜ੍ਹਾ ਇੰਨਾ ਧਿਆਨ ਕਰਦੇ ਵੀ ਆਉਣ ਵਾਲੀਆਂ ਗੱਡੀਆਂ ਨੂੰ ਜਿਹੜਾ ਹੈ ਕੋਈ ਉੱਥੇ ਲਾਲ ਰੰਗ ਦਾ ਫਲੈਗ ਲਾ ਲੈਂਦੇ, ਕੋਈ ਫਲੈਸ਼ਿੰਗ ਲਾਈਟਸ ਲਗਾ ਲੈਂਦੇ, ਤਾਂ ਕਿ ਪਤਾ ਲੱਗਦਾ ਕਿ ਦੂਰੋਂ ਜਿਹੜਾ ਕੋਈ ਆ ਰਿਹਾ ਵੀ ਇੱਥੇ ਐਕਸੀਡੈਂਟ ਹੋਇਆ, ਤੁਸੀਂ ਜਿਹੜਾ ਧਿਆਨ ਨਾਲ ਕੋਲੋਂ ਦੀ ਲੰਘ ਕੇ ਜਾਓ। ਪਰ ਉਹ ਕੁਛ ਵੀ ਨਹੀਂ ਹੋਇਆ। ਔਰ ਬੜੀ ਹੈਰਾਨੀ ਦੀ ਗੱਲ ਹੈ, ਸਰੀ ਸ਼ਹਿਰ ਦੇ ਕੈਂਪੀ ਸਾਹਿਬ ਨੇ ਪੰਜਾਬੀ ਮੂਲ ਦੇ, ਜਿਹੜੇ 5 ਵਾਰ ਤੋਂ MP ਨੇ ਉੱਥੇ, ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਉਹਨਾਂ ਨੇ। ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ, ਉਹਨਾਂ ਨੇ ਪੰਜਾਬ ਪੁਲਿਸ ਦੇ ਕਿਸੇ ਬਹੁਤ ਆਲਾ ਵੱਡੇ ਅਫਸਰ ਨੂੰ ਫ਼ੋਨ ਕੀਤਾ ਜਿਹੜਾ ਉਹਨਾਂ ਦਾ ਜੂਨੀਅਰ ਰਿਹਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ। ਤਾਂ ਅਫਸਰ ਸਾਹਿਬਾਨ ਨੇ ਕਿਹਾ ਵੀ ਸਾਨੂੰ ਇਸ ਗੱਲ ਦਾ ਪਤਾ ਹੈਗਾ ਹੈ, ਪਰ ਉਹ ਫ਼ੋਨ ਹੁਣ ਨਹੀਂ ਮਿਲ ਸਕਦਾ, ਕਿਉਂਕਿ ਜਿੰਨੇ ਵੀ ਚੱਕਿਆ ਹੋਏਗਾ ਫ਼ੋਨ ਉਹਨੇ ਹੁਣ ਤੱਕ ਉਹਦੇ ਪੁਰਜੇ ਅਲੱਗ ਕਰਕੇ ਵੇਚ ਦਿੱਤੇ ਹੋਣਗੇ। ਸੋ ਕਹਿਣ ਦਾ ਇਹ ਮਤਲਬ ਹੈ ਵੀ ਜਦੋਂ ਫੈਮਿਲੀ ਨੇ ਉਸੇ ਰਾਤ ਨੂੰ 15 ਤਰੀਕ ਨੂੰ ਪੁਲਿਸ ਨੂੰ ਇਨਫਾਰਮ ਕਰਤਾ ਸੀਗਾ ਉਸ ਫ਼ੋਨ ਦੇ, ਅਤੇ ਉਦੋਂ ਉਹਨੂੰ ਸਾਈਬਰ ਸਿਕਿਉਰਿਟੀ 'ਤੇ ਪਾ ਕੇ ਉਹਦੀ ਟਰੇਸਿੰਗ ਕਰਕੇ ਅਤੇ ਫ਼ੋਨ ਲੱਭਿਆ ਜਾ ਸਕਦਾ ਸੀ। 5 ਘੰਟੇ ਫ਼ੋਨ ਔਨ ਰਿਹਾ ਉਹ। ਕਿਵੇਂ ਲੱਗਦਾ ਜੀ, ਤੁਸੀਂ ਕੈਨੇਡਾ ਵੀ ਰਹਿੰਦੇ ਹੋ ਜੀ, ਤਾਂ ਇੱਥੇ ਵੀ ਤੁਸੀਂ ਆਉਂਦੇ ਹੋ, ਤਾਂ ਉਹਨਾਂ ਦੇ ਹਾਲਾਤਾਂ ਨੂੰ ਜੇ ਕੰਪੇਅਰ ਕਰੀਏ ਜੀ ਤਾਂ ਕਿਵੇਂ ਦੇ? ਮੈਂ ਕਹਿੰਦਾ ਜੀ ਵੀ ਮੈਂ ਖੁਸ਼ਕਿਸਮਤ ਹਾਂ ਵੀ ਮੈਂ ਕੈਨੇਡਾ ਰਹਿੰਦਾ ਜੀ, ਮੈਂ ਉੱਥੇ ਦਾ ਸਿਟੀਜ਼ਨ ਹਾਂ। ਅਤੇ ਇਹ ਉਹ ਪੰਜਾਬ ਨਹੀਂ ਹੈ ਜਿਹੜਾ ਪੰਜਾਬ ਕਦੀ ਗੁਰੂਆਂ ਪੀਰਾਂ ਦਾ ਪੰਜਾਬ ਹੁੰਦਾ ਸੀ। ਜੇ ਸਾਨੂੰ ਭਗੌੜਾ ਕਹਿਣਾ, ਤੁਸੀਂ ਭਗੌੜੇ ਕਹਿ ਲਓ, ਅਸੀਂ ਭਗੌੜੇ ਹਾਂ। ਪੰਜਾਬੀ ਹੁਣ 'ਤੇ ਮਾਣ ਨਹੀਂ ਕਰਦੇ ਡਾਕਟਰ ਸਾਹਿਬ? ਨਹੀਂ, ਪੰਜਾਬੀ ਹੋਣ 'ਤੇ ਮਾਣ ਕਰਦਾ, ਮੈਂ ਸਿੱਖ ਹੋਣ 'ਤੇ ਮਾਣ ਕਰਦਾ। ਸਾਡੀਆਂ ਜੜ੍ਹਾਂ ਨੇ, ਸਾਡਾ ਸੱਭਿਆਚਾਰ ਹੈ, ਪੰਜਾਬੀ ਬੋਲੀ 'ਤੇ ਮਾਣ ਹੈ। ਪਰ ਇਹ ਉਹ ਪੰਜਾਬ ਉਹ ਰਿਹਾ ਹੀ ਨਹੀਂ ਜਿਹੜਾ ਪੰਜਾਬ ਜਿਹਦੇ ਕਰਕੇ ਮਾਣ ਹੁੰਦਾ ਸੀ। ਇੱਥੇ ਸਾਰਾ ਕੁਛ ਚੇਂਜ ਹੋ ਗਿਆ। ਔਰ ਇਹ ਲੱਗਦਾ ਹੈ ਕਿ ਇੱਥੇ ਸਿਰਫ ਰਾਜਨੀਤੀ, ਜਿਹੜਾ ਵੀ ਬੰਦਾ, ਜਿਹਦੇ ਵੀ ਸਾਡੇ ਨੇਤਾ ਨੇ, ਚਾਹੇ ਸਮਾਜਿਕ ਨੇਤਾ ਨੇ, ਚਾਹੇ ਉਹ ਧਾਰਮਿਕ ਨੇ, ਉਹਨਾਂ ਦਾ ਇੱਕੋ ਇੱਕ ਮਕਸਦ ਸਿਰਫ ਰਾਜਨੀਤੀ ਰਹਿ ਗਿਆ, ਪੈਸੇ ਕਮਾਉਣਾ ਰਹਿ ਗਿਆ। ਲੋਕ ਜਿਹੜੇ ਆਮ ਲੋਕ ਨੇ, ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਸਰੋਕਾਰ ਨੇ, ਉਹਨਾਂ ਵੱਲ ਸ਼ਾਇਦ ਕਿਸੇ ਦਾ ਧਿਆਨ ਨਹੀਂ ਜਾਂਦਾ। ਮੈਂ ਮੋਹਾਲੀ ਸ਼ਹਿਰ 'ਚ ਰਹਿੰਦਾ। ਮੋਹਾਲੀ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਇਸ ਨਾਲ ਘਟਨਾਕ੍ਰਮ ਨਾਲ ਕੀ ਹੋਇਆ ਵੀ ਮੈਂ ਸਾਰਾ ਕੁਝ ਕਰਾ ਕੇ ਮੈਂ 26 ਜਨਵਰੀ ਨੂੰ ਵਾਪਸ ਕੈਨੇਡਾ ਚਲਾ ਗਿਆ। ਮੇਰੇ ਮਾਤਾ ਜੀ ਨੇ 82 ਸਾਲ ਦੇ, ਕਹਿੰਦੇ ਵੀ ਜਦੋਂ ਕਿਸੇ ਔਰਤ ਦੇ ਕੁੱਖ ਦੇ ਵਿੱਚੋਂ ਕਿਸੇ ਕਾਰਨਵਸ਼ ਜਿਹੜਾ ਉਹਦਾ ਭਰੂਣ ਹੈ ਉਹ ਜਾਇਆ ਹੋ ਜਾਂਦਾ ਹੈ ਅਤੇ ਮਾਂ ਉਸ ਚੀਜ਼ ਨੂੰ ਨਹੀਂ ਭੁੱਲ ਪਾਉਂਦੀ। ਇਹ ਤਾਂ ਪਲਿਆ ਪਲਾਇਆ ਪੁੱਤ ਸੀਗਾ 55 ਸਾਲ ਦਾ, ਅਤੇ ਉਹ ਦੁੱਖ ਮਾਂ ਜਿਹੜੀ ਹੈ ਬੁੱਢੀ ਕਿੱਦਾਂ ਭੁੱਲ ਸਕਦੀ ਹੈ। ਮੈਂ ਇੱਥੇ ਡਾਕਟਰਸ ਨੂੰ ਦਿਖਾ ਕੇ, ਅਤੇ ਡਾਕਟਰਸ ਨੇ ਕਿਹਾ ਵੀ ਤੁਸੀਂ ਚਲੇ ਜਾਓ, ਮਾਤਾ ਜੀ ਠੀਕ ਹੋ ਜਾਣਗੇ, ਦਵਾਈਆਂ ਦੇ ਦਿੱਤੀਆਂ। ਮੈਂ 26 ਨੂੰ ਚਲਾ ਗਿਆ। 27, 28, 29, 30 4 ਦਿਨ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈ ਹੋਸ਼ ਭੁਲਾ ਬੈਠੇ, ਸੁਰਤ ਭੁਲਾ ਬੈਠੇ। 1 ਤਰੀਕ ਨੂੰ ਉਹਨਾਂ ਨੂੰ ਫੋਰਟਿਸ ਜਿਹੜਾ ਮੋਹਾਲੀ 'ਚ ਹਸਪਤਾਲ ਹੈ, ਨਿਊਰੋ ICU 'ਚ ਉਹਨਾਂ ਨੂੰ ਐਡਮਿਟ ਕਰ ਦਿੱਤਾ ਗਿਆ।
ਡਾਕਟਰ ਜਿਹੜੇ ਸੀਗੇ ਉੱਥੇ ਦੇ ਡਾਕਟਰ ਅਮਿਤ ਸ਼ੰਕਰ ਸਿੰਘ, ਬੜਾ ਮੈਂ ਉਹਨਾਂ ਦੀ ਪਿੱਠ ਦੇ ਪਿੱਛੇ ਕਹਿੰਦਾ ਬੜੇ ਵਧੀਆ ਨੇ। ਉਹਨਾਂ ਨੇ ਬੜਾ ਵਧੀਆ ਇਹਨਾਂ ਦੇ ਨਾਲ ਟਰੀਟਮੈਂਟ ਕੀਤਾ। ਕੋਈ ਉਮੀਦ ਨਹੀਂ ਸੀ ਇਹਨਾਂ ਦੇ ਬਚਣ ਦੀ, ਪਰ ਉਹਨਾਂ ਨੇ ਮੈਨੂੰ ਫੋਨ 'ਤੇ ਕੈਨੇਡਾ ਫੋਨ ਕੀਤਾ। ਉਹਨਾਂ ਨੇ ਕਿਹਾ ਵੀ ਤੁਹਾਨੂੰ ਇਮੀਡੀਏਟਲੀ ਆ ਜਾਣਾ ਚਾਹੀਦਾ ਵੀ ਤੁਹਾਡੀ ਲੋੜ ਹੈ ਇੱਥੇ। ਫਿਰ ਮੈਂ 4 ਤਰੀਕ ਨੂੰ ਦੁਬਾਰਾ ਕੈਨੇਡਾ ਤੋਂ ਵਾਪਸ ਆਇਆ। ਹਜੇ ਗਿਆ ਹੀ ਸੀ, ਹਜੇ ਮੈਂ ਜਾ ਕੇ ਆਪਣੇ ਅਟੈਚੀ ਖੋਲ੍ਹਿਆ ਵੀ ਨਹੀਂ ਸੀ, ਉਹੀ ਪੈਕ ਅਟੈਚੀ ਕਰਕੇ ਵਾਪਸ ਆਇਆ। ਔਰ ਫੋਰਟਿਸ ਹੌਸਪੀਟਲ ਦੇ ਵਿੱਚ ਜਿਹੜਾ ਮੈਂ ਵਿਚ ਰਿਹਾ, ਉੱਥੇ ਦੇਖ ਕੇ ਚੰਗਾ ਭਲਾ ਬੰਦਾ ਵੀ ਡਿਪਰੈਸ਼ਨ ਦਾ ਮਰੀਜ਼ ਹੋ ਸਕਦਾ ਹੈ। ਉੱਥੇ ਜਾ ਕੇ ਪਤਾ ਲੱਗਿਆ, ਮੈਂ ਕਿਸੇ ਨੂੰ ਆਪਣੇ ਬਾਰੇ ਕੁਛ ਨਹੀਂ ਦੱਸਿਆ, ਉੱਥੇ ਜਾ ਕੇ ਪਤਾ ਲੱਗਿਆ ਵੀ ਜਿਹੜਾ ਆਮ ਬੰਦਾ ਹੈ, ਪਹਿਲੀ ਗੱਲ ਤਾਂ ਉਹ ਫੋਰਟਿਸ ਵਰਗੇ ਹਸਪਤਾਲਾਂ ਦੇ ਵਿੱਚ ਇਲਾਜ ਕਰਾ ਨਹੀਂ ਸਕਦਾ। ਦੂਜੀ ਗੱਲ ਹੈ, ਜੇ ਕੋਈ ਕਰਵਾਉਣ ਜਾਂਦਾ ਵੀ ਹੈ ਤਾਂ ਉੱਥੇ ਜੇ ਤੁਸੀਂ ICU 'ਚ ਵੀ ਕਿਸੇ ਨੂੰ ਮਿਲਣਾ ਹੈ ਤਾਂ ਤੁਹਾਨੂੰ ਸਿਫਾਰਿਸ਼ ਚਾਹੀਦੀ ਹੈ, ਕਿਸੇ ਨਾ ਕਿਸੇ ਦੀ ਸਿਫਾਰਿਸ਼ ਪਵਾ ਕੇ ਤੁਸੀਂ ਜਿਹੜਾ ਹੈ ਉਹ ਮਿਲ ਸਕਦੇ ਹੋ। ਤੀਜੀ ਗੱਲ ਇਹ ਹੈ ਵੀ ਤੁਸੀਂ ਵੇਟ ਕਰ ਰਹੇ ਹੋ 2 ਘੰਟੇ ਤੋਂ ਆਏ ਹੋਏ ICU 'ਚ ਮਿਲਣ ਲਈ, ਕੋਈ ਬੰਦਾ ਆਉਂਦਾ ਹੈ, ਸਿਫਾਰਿਸ਼ ਪਵਾਉਂਦਾ ਹੈ, ਤੁਹਾਡੇ ਤੋਂ 2 ਮਿੰਟ ਪਹਿਲਾਂ ਆਇਆ, ਉਹ ਤੁਹਾਡੇ ਤੋਂ ਪਹਿਲਾਂ ਹੀ ਜਾ ਕੇ ਅੰਦਰ ਮਿਲ ਲੈਂਦਾ। ਸੋ ਆਹ ਤਾਂ ਇੱਥੇ ਹਿਸਾਬ ਹੈ। ਅਗਲੀ ਗੱਲ ਇਹ ਲੱਗੀ ਪਤਾ ਵੀ 90% ਬੰਦੇ ਉੱਥੇ ਹਿੰਦੀ ਬੋਲਦੇ ਨੇ। ਮੈਂ ਕਿਸੇ ਬੋਲੀ ਦੇ ਖਿਲਾਫ ਨਹੀਂ ਆ, ਹਰ ਇੱਕ ਜਗ੍ਹਾ ਹਰ ਇੱਕ ਬੋਲੀ ਦੇ ਜਿਹੜੇ ਆਪਣਾ ਸਥਾਨ ਹੈ, ਪਰ ਅਸੀਂ ਪੰਜਾਬੀ ਹਾਂ, ਇਹ ਪੰਜਾਬ ਹੈ। ਪੰਜਾਬੀ ਸਾਡੀ ਮਾਂ ਦੀ ਬੋਲੀ ਹੈ, ਮਾਂ ਭਾਸ਼ਾ ਹੈ, ਮਾਂ ਦੇ ਦੁੱਧ ਦੇ ਨਾਲ ਪੰਜਾਬੀ ਸਿੱਖਦੇ ਹਾਂ। ਅਤੇ ਮੈਂ ਉੱਥੇ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਮੇਰੇ ਨਾਲ ਪੰਜਾਬੀ 'ਚ ਗੱਲ ਕਰੋ ਜਾਂ ਮੇਰੇ ਨਾਲ ਤੁਸੀਂ ਇੰਗਲਿਸ਼ 'ਚ ਗੱਲ ਕਰੋ। ਇੰਗਲਿਸ਼ 'ਚ 2 ਲਾਈਨਾਂ ਬੋਲ ਕੇ ਉਹਨਾਂ ਦੀ ਇੰਗਲਿਸ਼ ਖਤਮ ਹੋ ਜਾਂਦੀ ਹੈ ਅਤੇ ਉੱਥੇ ਹਿੰਦੀ 'ਚ ਗੱਲਾਂ ਕਰਦੇ ਨੇ। ਮੈਨੂੰ ਸਮਝ ਨਹੀਂ ਆਇਆ ਵੀ ਮੈਂ ਪੰਜਾਬ 'ਚ ਬੈਠਾ ਕਿ ਮੈਂ ਪੰਜਾਬ ਤੋਂ ਬਾਹਰ UP ਬਿਹਾਰ ਜਾਂ ਕਿੱਥੇ ਬੈਠਾ ਮੈਂ। ਅਸੀਂ ਵੀ ਪੰਜਾਬ ਛੱਡ ਕੇ ਕੈਨੇਡਾ ਗਏ ਹਾਂ, ਅਸੀਂ ਉੱਥੇ ਦੇ ਕਲਚਰ ਨੂੰ ਅਡੈਪਟ ਕੀਤਾ, ਅਸੀਂ ਉੱਥੇ ਦੀ ਸੱਭਿਅਤਾ ਨੂੰ ਅਡੈਪਟ ਕੀਤਾ, ਅਸੀਂ ਉੱਥੇ ਦੀ ਲੈਂਗੁਏਜ ਨੂੰ ਅਡੈਪਟ ਕੀਤਾ, ਅਸੀਂ ਆਪਣੀਆਂ ਜੜ੍ਹਾਂ ਨਹੀਂ ਭੁੱਲੇ। ਉੱਥੇ ਜੇ ਇੰਗਲਿਸ਼ ਬੋਲੀ ਜਾਂਦੀ ਹੈ ਅਤੇ ਸਰੀ ਦੇ ਵਿੱਚ ਹਰ ਜਗ੍ਹਾ 'ਤੇ ਬੋਰਡ ਪੰਜਾਬੀ 'ਚ ਲੱਗੇ ਨੇ, ਪੰਜਾਬੀ ਬੋਲੀ ਜਾਂਦੀ ਹੈ। ਸਰੀ ਸ਼ਹਿਰ ਦੇ ਸਾਰੇ MLA, ਸਾਰੇ MC, ਸਾਰੇ MP ਪੰਜਾਬੀ ਨੇ। ਕਈ ਲੋਕ ਇਹ ਕਹਿਣਗੇ ਵੀ ਇੱਥੇ ਪ੍ਰਵਾਸੀ ਆ ਰਹੇ ਨੇ ਪੰਜਾਬ 'ਚ, ਬੜਾ ਵਧੀਆ ਕਰ ਰਹੇ ਨੇ, ਪੰਜਾਬ ਦੀ ਜਿਹੜੀ ਲੇਬਰ ਸ਼ੋਰਟੇਜ ਆ ਉਹਨੂੰ ਦੂਰ ਕਰ ਰਹੇ ਨੇ, ਵਧੀਆ ਕੰਮ ਕਰ ਰਹੇ ਨੇ। ਕਈ ਪ੍ਰਵਾਸੀ ਜਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ, ਉਹ MLA ਸਾਹਿਬ ਵੀ ਬਣੇ ਨੇ ਇੱਥੇ, ਬੜਾ ਵਧੀਆ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਕੰਮ ਕੀਤਾ ਜਦੋਂ ਸੀਗੇ ਉਹ। ਪਰ ਮੇਰੇ ਖਿਆਲ ਦੇ ਵਿੱਚ ਜਿਹੜੇ ਬਾਹਰੋਂ ਲੋਕ ਇੱਥੇ ਆਉਂਦੇ ਨੇ, ਉਹਨਾਂ ਨੂੰ ਆਪਣੀ ਬੋਲੀ ਨਹੀਂ ਥੋਪਣੀ ਚਾਹੀਦੀ ਪੰਜਾਬੀਆਂ ਦੇ ਉੱਪਰ, ਜਦ ਕਿ ਪੰਜਾਬ ਦੀ ਬੋਲੀ ਨੂੰ ਅਪਣਾਉਣਾ ਚਾਹੀਦਾ ਹੈ। ਸੋ ਮੈਂ ਉੱਥੇ ਬਾਰ-ਬਾਰ ਜਦੋਂ ਵੀ ਫੋਨ ਕਰਦਾ, ਅਪਾਇੰਟਮੈਂਟ ਲੈਣਾ, ਮੈਂ ਉਹਨਾਂ ਨੂੰ ਕਹਿੰਦਾ ਜੀ ਮੇਰੇ ਨਾਲ ਪੰਜਾਬੀ 'ਚ ਗੱਲ ਕਰੋ, ਮੈਨੂੰ ਜਿਹੜੀ ਹੈਗੀ ਆ ਪੰਜਾਬੀ 'ਚ ਗੱਲ ਕਰਨੀ ਆ, ਮੈਨੂੰ ਹਿੰਦੀ ਸਮਝ ਨਹੀਂ ਆਉਂਦੀ, ਨਾ ਮੈਂ ਹਿੰਦੀ 'ਚ ਗੱਲ ਕਰ ਸਕਦਾ। ਇਹਦੇ ਲਈ ਸਰਕਾਰ ਵੀ ਕਿਤੇ ਨਾ ਕਿਤੇ ਫਿਰ ਚਾਹੀਦਾ ਸਰਕਾਰ ਨੂੰ, ਕਿਉਂਕਿ ਦੇਖੋ ਹੁਣ ਸਰਕਾਰ ਅੱਜ 21 ਫਰਵਰੀ ਹੈ ਜੀ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਹਾਂ। ਹਾਂਜੀ, ਪੰਜਾਬੀ ਮਾਂ ਬੋਲੀ ਦਿਹਾੜਾ ਵੀ ਅੱਜ, ਅਤੇ ਅੱਜ ਦੇ ਦਿਨ ਤੱਕ ਸਰਕਾਰ ਨੇ ਕਿਹਾ ਸੀ 21 ਫਰਵਰੀ ਤੱਕ ਸਾਰੀਆਂ ਕੰਪਨੀਆਂ ਜਾਂ ਦੁਕਾਨਾਂ ਦੇ ਬੋਰਡ ਜਿਹੜੇ ਅੰਗਰੇਜ਼ੀ ਜਾਂ ਹਿੰਦੀ 'ਚ ਉਹ ਪੰਜਾਬੀ 'ਚ ਕਰ ਲਏ ਜਾਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਊਗੀ। ਅਤੇ ਜਿਹੜੇ ਫੋਨ ਕਰਦੇ ਆ ਜੀ, ਕੋਈ ਕਿਸੇ ਮਹਿਕਮੇ ਤੋਂ ਫੋਨ ਆ ਗਿਆ ਜੀ, ਕੋਈ ਲੋਨ ਦੇ ਰਿਹਾ ਜੀ, ਕੋਈ ਕੰਪਨੀ ਏਅਰਟੈਲ ਕੋਈ ਕਰ ਰਿਹਾ ਜੀ, ਕੋਈ ਫਲਾਣਾ ਕਰ ਰਿਹਾ ਜੀ, ਕੰਪਨੀਆਂ ਵਾਲੇ ਜੀ, ਉਹ ਹਿੰਦੀ ਦੇ ਵਿੱਚ ਗੱਲ ਕਰਦੇ, ਉਹਨਾਂ ਨੂੰ ਕੌਣ ਪੰਜਾਬੀ 'ਚ ਕਰੇਗਾ ਜੀ? ਮੈਂ ਤੁਹਾਨੂੰ ਇਹ ਗੱਲ ਦੱਸਦਾ, ਮੇਰੇ ਘਰ ਤੋਂ 5 ਮਿੰਟ ਦੀ ਦੂਰੀ 'ਤੇ ਹੈ ਫੋਰਟਿਸ। ਆਪਾਂ ਚੱਲਦੇ ਹਾਂ ਫੋਰਟਿਸ, ਜਾ ਕੇ ਦੇਖਦੇ ਹਾਂ ਵੀ ਜਾਂਦੇ ਹਾਂ ਉੱਥੇ ਤੁਹਾਡੇ ਨਾਲ ਪੰਜਾਬੀ 'ਚ ਗੱਲ ਹੁੰਦੀ ਹੈ ਜਾਂ ਹਿੰਦੀ 'ਚ ਗੱਲ ਹੁੰਦੀ ਹੈ। ਮੈਂ ਫੋਲੋ ਅਪ ਦੇ ਲਈ ਕੱਲ੍ਹ ਮਾਤਾ ਜੀ ਨੂੰ ਉੱਥੇ ਲੈ ਕੇ ਜਾਣਾ। ਮੈਂ ਕਾਲ ਕੀਤੀ ਫੋਰਟਿਸ 'ਤੇ, ਪਹਿਲੀ ਆਪਸ਼ਨ ਆਈ ਇੰਗਲਿਸ਼ 'ਚ, ਦੂਜੀ ਆਪਸ਼ਨ ਆਈ ਪੰਜਾਬੀ 'ਚ, ਅਤੇ ਤੀਜੀ ਆਪਸ਼ਨ ਪਤਾ ਨਹੀਂ ਕਿਹੜੀ ਲੈਂਗੁਏਜ ਦੀ ਆਈ। ਮੈਂ ਦੂਜੀ ਆਪਸ਼ਨ ਕੀਤੀ ਪੰਜਾਬੀ। ਮੈਂ ਆਪਸ਼ਨ ਉਹ ਪੰਜਾਬੀ ਦੀ ਹੈ। ਜਦੋਂ ਮੈਂ ਹੈਲੋ ਕੀਤਾ ਤਾਂ ਅੱਗੋਂ ਹਿੰਦੀ 'ਚ ਗੱਲ ਕਰ ਰਹੇ ਨੇ ਉਹ। ਮੈਂ ਕਿਹਾ ਜੀ ਵੀ ਮੈਂ ਆਪਸ਼ਨ ਤਾਂ ਪੰਜਾਬੀ ਦੀ ਕੀਤੀ ਆ, ਉਹ ਤੁਸੀਂ ਹਿੰਦੀ 'ਚ ਕਿਉਂ ਗੱਲ ਕਰ ਰਹੇ ਹੋ? ਔਰ ਜਦੋਂ ਮੈਂ ਬਿਲਿੰਗ ਕਰਾ ਰਿਹਾ ਸੀਗਾ ਅਤੇ ਬਿਲਿੰਗ ਕਾਊਂਟਰ 'ਤੇ ਇੱਕ ਬੀਬਾ ਜੀ ਬੈਠੇ ਸੀਗੇ, ਔਰ ਬੀਬਾ ਜੀ ਜਿਹੜੇ ਸੀਗੇ ਉਹ ਹਿੰਦੀ 'ਚ ਗੱਲ ਕਰ ਰਹੇ ਸੀ, ਅਤੇ ਮੈਂ ਜਦੋਂ ਪੰਜਾਬੀ 'ਚ ਗੱਲ ਕੀਤੀ ਤਾਂ ਬੀਬਾ ਜੀ ਕਹਿੰਦੇ ਵੀ ਸਰ ਇੱਥੇ ਨਾ ਲੋਕ ਪੰਜਾਬੀ ਨਹੀਂ ਬੋਲਦੇ, ਪੰਜਾਬੀ ਬੋਲਣ 'ਚ ਸ਼ਰਮ ਆਉਂਦੀ ਹੈ। ਮੈਂ ਕਿਹਾ ਵੀ ਪੰਜਾਬੀ ਬੋਲਣ 'ਚ ਕਿਸ ਗੱਲ ਦੀ ਸ਼ਰਮ ਆਉਂਦੀ ਹੈ? ਪੰਜਾਬੀ ਜਿਹੜੀ ਹੈ ਉਹ ਸਾਡੀ ਮਾਂ ਬੋਲੀ ਹੈ, ਪੰਜਾਬੀ ਬੋਲਣ 'ਚ ਕਿਸ ਗੱਲ ਦੀ ਤੁਹਾਨੂੰ ਸ਼ਰਮ ਆਉਂਦੀ ਹੈ? ਕਹਿੰਦੇ ਨਹੀਂ ਜੀ, ਇੱਥੇ ਸਾਨੂੰ ਕਿਹਾ ਗਿਆ ਵੀ ਜੇ ਤੁਸੀਂ ਹਿੰਦੀ ਨਹੀਂ ਬੋਲੋਗੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ। ਠੀਕ ਹੈ ਜੀ, ਚਲੋ ਇਹ ਗੱਲ ਹੋਈ। ਉਸ ਤੋਂ ਬਾਅਦ ICU 'ਚ ਜਾਣਾ ਸੀਗਾ, ਅਤੇ ICU ਦੇ ਬਾਹਰ ਇੱਕ ਸਰਦਾਰ ਸਾਹਿਬ ਖੜ੍ਹੇ ਸੀਗੇ, ਮੈਂ ਨਾਮ ਨਹੀਂ ਉਹਨਾਂ ਦਾ ਦੱਸਾਂਗਾ, ਸਿਕਿਉਰਿਟੀ ਗਾਰਡ ਸੀਗੇ ਵਿਚਾਰੇ ਉਹ। ਅਤੇ ਮੇਰੇ ਨਾਲ ਹਿੰਦੀ 'ਚ ਗੱਲ ਕਰ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਹਾਡੀ ਪੱਗ ਬੱਝੀ ਹੈ, ਤੁਸੀਂ ਲੱਗਦਾ ਵੀ ਕਿਸੇ ਪਿੰਡ ਦੇ ਰਹਿਣ ਵਾਲੇ ਹੋ, ਆਪਾਂ ਪੰਜਾਬੀ 'ਚ ਗੱਲ ਕਰੀਏ। ਕਹਿੰਦੇ ਜੀ ਵੀ ਮੈਂ MA ਪੰਜਾਬੀ ਹਾਂ,
MA ਇੰਗਲਿਸ਼ ਹਾਂ, ਇੱਥੇ ਮੈਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ, ਪਰ ਸਾਨੂੰ ਇੱਥੇ ਪੰਜਾਬੀ ਬੋਲਣ ਤੋਂ ਮਨ੍ਹਾ ਕੀਤਾ ਗਿਆ। HR ਨੇ ਕਿਹਾ ਹੈ ਵੀ ਜੇ ਤੁਸੀਂ ਪੰਜਾਬੀ ਬੋਲੋਗੇ ਤਾਂ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ। ਸੋ ਇਹ ਪੰਜਾਬ ਉਹ ਪੰਜਾਬ ਨਹੀਂ ਹੈ ਜਿੱਥੇ ਅਸੀਂ ਜੰਮੇ ਪਲੇ ਸੀ। ਤੁਸੀਂ ਕੁਐਸਚਨ ਪੁੱਛਿਆ ਪੰਜਾਬੀ ਹੋਣ 'ਤੇ ਮਾਣ ਹੈ। ਜੇ ਮੇਰੀਆਂ ਤੁਸੀਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਦੇਖੋ, ਮੈਂ ਇੱਕ ਅਖਬਾਰ ਉੱਥੇ ਸ਼ੁਰੂ ਕੀਤੀ ਸੀ 2016 'ਚ ਪੰਜਾਬੀ ਦੀ, ਔਰ ਅਖਬਾਰ ਉਹ ਹਰ ਹਫਤੇ ਨਿਕਲਦੀ ਸੀ। ਉਹਦਾ ਨਾਮ ਸੀਗਾ ਪੰਜਾਬ ਟੂਡੇ ਵੀਕਲੀ, ਅਤੇ ਉਹਦਾ ਲੋਗੋ ਸੀਗਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਦੇ ਲਈ ਲੜਨ ਵਾਲਾ ਇੱਕ ਅਦਾਰਾ। ਠੀਕ ਹੈ, ਸੋ ਉਹ ਅੱਜ ਵੀ ਮੇਰੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਲੱਭ ਜਾਏਗਾ ਉਸ ਅਖਬਾਰ ਦਾ। ਸੋ ਪਰ ਇਹ ਪੰਜਾਬ ਉਹ ਪੰਜਾਬ ਨਹੀਂ ਹੈ। ਔਰ ਮੈਂ ਜ਼ਰੂਰ ਸੋਚਦਾ ਵੀ ਸਰਕਾਰਾਂ ਦੀ ਤਾਂ ਗਲਤੀਆਂ ਹੈਗੀਆਂ ਨੇ, ਉਸ ਤੋਂ ਇਲਾਵਾ ਸਾਡੇ ਆਪਣੇ ਲੋਕਾਂ ਦੀਆਂ ਗਲਤੀਆਂ ਨੇ। ਅਕਾਲੀ ਦਲ ਇੱਕ ਜਿਹੜੀ ਸਿੱਖਾਂ ਦੀ ਪਾਰਟੀ ਹੁੰਦੀ ਹੈ, ਜਦੋਂ ਮੈਂ ਦੇਖਦਾ ਸੀ ਅਕਾਲੀ ਦਲ ਦੀ ਸਰਕਾਰ ਸੀਗੀ, ਜਦੋਂ ਕੋਈ ਵੀ ਪੱਤਰਕਾਰ ਜਿਹੜਾ ਹੈ ਆ ਕੇ ਉਹਨਾਂ ਨਾਲ ਹਿੰਦੀ 'ਚ ਗੱਲ ਕਰਦਾ ਸੀ, ਉਹ ਹਿੰਦੀ 'ਚ ਬੋਲਣ ਲੱਗ ਜਾਂਦੇ ਸੀ। ਇਹ ਉਹਨਾਂ ਦੀ ਗਲਤੀ ਹੈ। ਜੇ ਉਹ ਬਾਹਰ ਵਾਲੇ ਆ ਕੇ ਤੁਹਾਡੇ ਨਾਲ ਹਿੰਦੀ 'ਚ ਗੱਲ ਕਰਦੇ ਨੇ, ਤੁਸੀਂ ਆਪਣੀ ਬੋਲੀ 'ਚ ਜਵਾਬ ਦਿਓ। ਜਿਹਨੂੰ ਸਮਝ ਆਉਂਦਾ ਆਵੇ, ਜਿਹਨੂੰ ਨਹੀਂ ਸਮਝ ਆਉਂਦਾ ਨਾ ਆਵੇ। ਮੈਂ ਆਪਣੀ ਜਿਹੜੀ ਇੰਜੀਨੀਅਰਿੰਗ ਦੀ ਪੜ੍ਹਾਈ ਆ ਮਹਾਰਾਸ਼ਟਰ ਤੋਂ ਕੀਤੀ ਹੈ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਿਹੜੀ ਆ ਉਸ ਟਾਈਮ 'ਤੇ ਬੜੀ ਵੱਡੀ ਪਾਰਟੀ ਹੁੰਦੀ ਸੀ, ਔਰ ਜਿਹੜੇ ਸਾਡੇ ਇੰਜੀਨੀਅਰਿੰਗ ਦੇ ਐਗਜ਼ਾਮ ਭਰਨ ਦੇ ਲਈ ਫਾਰਮ ਭਰਨੇ ਹੁੰਦੇ ਸੀ, ਉਹ ਮਰਾਠੀ 'ਚ ਹੁੰਦੇ ਸੀ। ਸਾਨੂੰ ਹਰ ਵਾਰ ਕਿਸੇ ਲੋਕਲ ਮਰਾਠੀ ਸਟੂਡੈਂਟ ਦੀ ਹੈਲਪ ਲੈ ਕੇ ਉਹ ਜਿਹੜਾ ਆਪਣਾ ਐਗਜ਼ਾਮੀਨੇਸ਼ਨ ਫਾਰਮ ਭਰਵਾਉਣਾ ਪੈਂਦਾ ਸੀ, ਕਿਉਂਕਿ ਸਾਨੂੰ ਮਰਾਠੀ ਆਉਂਦੀ ਨਹੀਂ ਸੀ। ਔਰ ਉੱਥੇ ਜਿਹੜੇ ਸ਼ਿਵ ਸੈਨਾ ਦੇ ਲੀਡਰ ਸੀਗੇ, ਉਹ ਕਹਿੰਦੇ ਹੁੰਦੇ ਸੀ ਜੈ ਮਹਾਰਾਸ਼ਟਰਾ, ਉਸ ਤੋਂ ਬਾਅਦ ਕਹਿੰਦੇ ਸੀ ਜੈ ਹਿੰਦ। ਉਹ ਕਹਿੰਦੇ ਸੀ ਪਹਿਲਾਂ ਸਾਡੀ ਮਰਾਠੀ ਜਿਹੜੀ ਲੈਂਗੁਏਜ ਹੈ, ਪਹਿਲਾਂ ਸਾਡੀ ਮਾਂ ਬੋਲੀ ਮਰਾਠੀ ਆ, ਉਸ ਤੋਂ ਬਾਅਦ ਜਿਹੜੀ ਹੈ ਹਿੰਦੀ ਹੈ। ਉੱਥੇ ਹਰ ਜਗ੍ਹਾ 'ਤੇ ਮਰਾਠੀ 'ਚ ਬੋਰਡ ਲੱਗੇ ਆ, ਹਰ ਜਗ੍ਹਾ 'ਤੇ ਮਰਾਠੀ ਦੀ ਗੱਲ ਹੁੰਦੀ ਹੈ। ਔਰ ਮੇਰੇ ਖਿਆਲ ਦੇ ਵਿੱਚ ਬੜੇ ਦੁੱਖ ਦੀ ਗੱਲ ਹੈ ਵੀ ਪੰਜਾਬੀ ਨੂੰ ਅੱਜ ਆਪਾਂ ਤੁਸੀਂ ਜਿੰਨਾ ਮਰਜ਼ੀ ਮਾਂ ਬੋਲੀ ਦਿਹਾੜਾ ਮਨਾ ਲਓ, ਇੱਥੇ ਪੰਜਾਬੀ ਦੀ ਉਹ ਇੰਨੀ ਇੱਜ਼ਤ ਨਹੀਂ ਹੈ ਜਿਹੜੀ ਇੱਜ਼ਤ ਹੋਣੀ ਚਾਹੀਦੀ ਸੀ। ਕਿਤੇ ਨਾ ਕਿਤੇ ਪੰਜਾਬੀ ਦੀ ਜਿਹੜੀ ਆ ਬੇਕਦਰੀ ਉਹ ਹੋ ਰਹੀ ਹੈ। ਅਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਆਪਾਂ ਫਿਰ ਭਾਈ ਸਾਹਿਬ ਦੇ ਵੱਲ ਚੱਲਦੇ ਹਾਂ ਜੀ, ਤਾਂ ਉਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ, ਤਾਂ ਕਿੰਨੇ ਕੁ ਦੁੱਖ ਦੇ ਵਿੱਚੋਂ ਲੰਘਣਾ ਪਿਆ। ਇਹ ਤਾਂ ਚਲੋ ਭਰਾ ਦੇ ਨਾਲੋਂ ਇੱਕ ਭਰਾ ਦਾ ਵਿਛੋੜਾ ਪੈਣਾ ਜੀ, ਅਤੇ ਮਾਤਾ ਦਾ ਤੁਸੀਂ ਦੱਸਿਆ ਜੀ। ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ, ਜਿਨ੍ਹਾਂ ਦੀਆਂ ਮਾਵਾਂ ਇੱਥੇ ਬਿਲਕਦੀਆਂ ਨੇ ਪਰ ਵਿਦੇਸ਼ ਤਾਂ ਚਲੇ ਗਏ ਆ ਜੀ ਰੋਟੀ ਕਮਾਉਣ ਦੇ ਲਈ, ਮੁੜ ਕੇ ਆ ਨਹੀਂ ਰਹੇ, ਨਾ ਉਹਨਾਂ ਦੀ ਮਾਤਾਵਾਂ ਦੀ ਪਰਵਾਹ ਕਰਦੇ ਆ। ਹੁਣ ਇੱਕ ਇਹ ਵੀ ਪੁੱਤ ਹੈ ਜੀ ਜਿਹੜਾ ਜਾਂਦਾ ਜੀ, ਉਹ ਕਹਿੰਦਾ ਮੈਂ ਉਹਦੇ ਟੈਚ ਹੀ ਖੋਲ੍ਹਿਆ ਵੀ ਨਹੀਂ ਸੀ, ਵਾਪਸ ਆ ਗਿਆ ਜੀ। ਇਹਦੇ ਬਾਰੇ ਮੈਂ ਤਾਂ ਸਿਰਫ ਇੰਨਾ ਕਹਾਂਗਾ ਵੀ ਜਿਹੜੇ ਬਾਹਰ ਜਾਂਦੇ ਆ ਨਾ, ਅਸੀਂ ਉਹ ਕੋਈ ਵੀ ਪ੍ਰਵਾਸ ਆਪਣੇ ਸ਼ੌਂਕ ਨੂੰ ਨਹੀਂ ਕਰਦਾ। ਕੋਈ ਨਾ ਕੋਈ ਮਜਬੂਰੀਆਂ ਹੁੰਦੀਆਂ ਨੇ ਕਿ ਆਪਣੇ ਟੱਬਰ ਨੂੰ ਛੱਡ ਕੇ, ਆਪਣੇ ਮਾਂ-ਬਾਪ ਨੂੰ ਛੱਡ ਕੇ, ਭੈਣ ਭਰਾਵਾਂ ਨੂੰ, ਹੱਸਦੇ ਵਸਦੇ ਪਰਿਵਾਰ ਛੱਡ ਕੇ ਬਾਹਰ ਜਾਣਾ ਪੈਂਦਾ। ਡਾਲਰ ਕਮਾਉਣੇ ਇੰਨੇ ਔਖੇ ਨਹੀਂ ਹੈ। ਡਾਲਰ ਤਾਂ ਜ਼ਰੂਰ ਉੱਥੇ ਕਮਾਏ ਜਾਂਦੇ ਆ, ਪਰ ਜਿਹੜੇ ਰਿਸ਼ਤੇ ਨਾਤੇ ਹੈ ਉਹ ਸਾਰੇ ਤੁਹਾਡੇ ਤੋਂ ਖੁੱਸ ਜਾਂਦੇ ਆ। ਔਰ ਜਿਹੜੇ ਪ੍ਰਵਾਸੀ ਨੇ ਉਹਨਾਂ ਦੀਆਂ ਜਿਹੜੇ ਸਰੀਰ ਹੈ ਉੱਥੇ ਹੁੰਦੇ ਨੇ, ਰੂਹਾਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਪੰਜਾਬ 'ਚ ਹੀ ਭਟਕਦੀਆਂ ਨੇ। ਪਹਿਲਾਂ ਮੇਰੇ ਫਾਦਰ ਸਾਹਿਬ ਇੱਕਦਮ ਚਲੇ ਗਏ ਤਾਂ ਮੈਨੂੰ ਉਦੋਂ ਆਉਣਾ ਪਿਆ। ਫਿਰ ਬ੍ਰਦਰ ਦਾ ਪਤਾ ਲੱਗਿਆ, ਮੈਂ ਬ੍ਰਦਰ ਵੇਲੇ ਆਇਆ, ਚਲਾ ਗਿਆ ਵਾਪਸ। ਫਿਰ ਜਦੋਂ ਮਾਤਾ ਦਾ ਪਤਾ ਲੱਗਿਆ, ਮਾਤਾ ਦਾ ਆਉਣਾ ਪਿਆ। ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਇਹ ਹਰ ਇੱਕ ਬੱਚੇ ਦਾ ਫਰਜ਼ ਬਣਦਾ ਆਪਣੇ ਮਾਂ-ਬਾਪ ਨੂੰ ਜਦੋਂ ਵੀ ਲੋੜ ਹੈ ਤੁਹਾਡੀ ਧਿਆਨ ਰੱਖਣਾ। ਪੈਸੇ ਕਮਾਉਣੇ ਜ਼ਰੂਰੀ ਹੈ ਕਿਉਂਕਿ ਇੱਥੇ ਉਹ ਸਿਸਟਮ ਨਹੀਂ ਹੈਗਾ। ਇੱਥੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ, ਤੰਗੀਆਂ, ਤਕਲੀਫਾਂ ਨੇ, ਆਪਾਂ ਕਹਿੰਦੇ ਹਾਂ ਜੀ ਇੱਥੇ ਬੇਰੁਜ਼ਗਾਰੀ ਖ਼ਤਮ ਕਰ ਦਿਆਂਗੇ। ਬੇਰੁਜ਼ਗਾਰੀ ਸਿਰਫ ਇਹੀ ਰਹਿ ਗਈ ਹੈ ਵੀ ਜਿੰਨੇ ਪੰਜਾਬੀ ਲੋਕ ਨੇ, ਪੰਜਾਬੀ ਬੋਲਣ ਵਾਲੇ ਜਾਂ ਪੰਜਾਬ ਦੇ ਰਹਿਣ ਵਾਲੇ ਨੇ, ਉਹ ਸਿਕਿਉਰਿਟੀ ਗਾਰਡ ਦੀਆਂ ਡਿਊਟੀਆਂ ਕਰਨ ਜੋਗੇ ਰਹਿ ਗਏ ਨੇ। ਬਾਕੀ ਤਾਂ ਜਿੰਨੀਆਂ ਵੀ ਇੱਥੇ ਨੌਕਰੀਆਂ ਨੇ ਉਹ ਸਾਰੀਆਂ ਬਾਹਰ ਤੋਂ ਆਏ ਹੋਏ ਲੋਕਾਂ ਦੇ ਜਿਹੜੇ ਹਵਾਲੇ ਕਰ ਦਿੱਤੀਆਂ ਗਈਆਂ ਨੇ। ਠੀਕ ਹੈ, ਅਸੀਂ ਵੀ ਕੈਨੇਡਾ ਗਏ ਹਾਂ, ਅਸੀਂ ਵੀ ਕੈਨੇਡਾ ਦੇ ਵਿੱਚ ਨੌਕਰੀਆਂ ਕਰਦੇ ਹਾਂ। ਪੋਲੀਟੀਕਲ ਸਾਰਾ ਸਿਸਟਮ ਹੈ। ਜਿਹੜਾ ਕੈਨੇਡਾ ਦਾ ਰੱਖਿਆ ਮੰਤਰੀ ਸੀਗਾ ਉਹ ਵੀ ਇੱਕ ਸਿੱਖ ਸੀਗਾ ਇੰਡੀਆ ਤੋਂ, ਉਹਦੇ ਫਾਦਰ ਸਾਹਿਬ ਗਏ ਸੀ ਹੁਸ਼ਿਆਰਪੁਰ ਤੋਂ, ਸਰਦਾਰ ਹਰਜੀਤ ਸਿੰਘ ਸੱਜਣ। ਪਰ ਕਿਤੇ ਨਾ ਕਿਤੇ ਇੱਕ ਕੋਟਾ ਹੋਣਾ ਚਾਹੀਦਾ ਵੀ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਨੇ ਪੰਜਾਬੀ ਡੋਮੀਸਾਈਲ ਵਾਲਿਆਂ ਨੂੰ ਦਿੱਤੀਆਂ ਜਾਣ, ਨਾ ਕਿ ਸਾਰੀਆਂ ਦੀਆਂ ਸਾਰੀਆਂ ਨੌਕਰੀਆਂ ਬਾਹਰੋਂ ਆਏ ਲੋਕਾਂ ਨੂੰ ਦੇ ਦਿੱਤੀਆਂ ਜਾਣ। ਅਤੇ ਜਦੋਂ ਇੱਦਾਂ ਦਾ ਕੋਈ ਵੀ ਮਾਂ-ਬਾਪ 'ਤੇ ਕੋਈ ਜਾਂ ਫੈਮਿਲੀ 'ਤੇ ਤੁਹਾਡੇ 'ਤੇ ਕੋਈ ਦੁੱਖ ਆਉਂਦਾ ਹੈ ਅਤੇ ਹਰ ਇੱਕ ਫਰਜ਼ ਉਸ ਪੁੱਤਰ ਦਾ ਬਣਦਾ ਕਿ ਆ ਕੇ ਉਹਨਾਂ ਦਾ ਆਪਣੀ ਫੈਮਿਲੀ ਦਾ ਸਾਥ ਦੇਵੇ। ਮੈਂ ਤਾਂ ਮੇਰੇ ਖਿਆਲ ਇੱਕ ਫਰਜ਼ ਨਿਭਾਇਆ ਅਤੇ ਇਹਨੂੰ ਕੋਈ ਵਡਿਆ ਕੇ ਗੱਲ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ। ਜੋ ਮੇਰਾ ਫਰਜ਼ ਸੀਗਾ ਉਹ ਮੈਨੂੰ ਨਿਭਾਉਣਾ ਪਏਗਾ ਔਰ ਮੈਂ ਨਿਭਾਊਂਗਾ। ਜਿਵੇਂ ਤੁਸੀਂ ਗੱਲ ਕੀਤੀ ਨੌਕਰੀਆਂ ਦੀ ਜੀ ਜਾਂ ਪੰਜਾਬ ਦੇ, ਪਰ ਪੰਜਾਬ ਦੀ ਜਿਹੜੀ ਮਲਾਈ ਹੈ ਜੀ ਉਹ ਤਾਂ ਬਾਹਰ ਜਾ ਰਹੀ ਹੈ ਜੀ, ਵਿਦੇਸ਼ਾਂ ਨੂੰ ਜਾ ਰਹੀ। ਜਿਹੜੇ ਪੜ੍ਹੇ ਲਿਖੇ ਜੀ ਤਾਂ ਵੱਡੀਆਂ ਆਫਿਸਰ ਦੀਆਂ ਜਿਹੜੀਆਂ ਚੇਅਰਸ ਹੈ, IPS IAS ਜਾਂ ਹੋਰ ਬਹੁਤ ਸਾਰੀਆਂ ਹੈਗੀਆਂ ਆਫਿਸਰ ਰੈਂਕ ਦੀਆਂ ਨੌਕਰੀਆਂ ਜੀ, ਤਾਂ ਉਹਨਾਂ ਦੇ ਲਈ ਐਲੀਜੀਬਿਲਟੀ ਵੀ ਕਿਤੇ ਨਾ ਕਿਤੇ ਇਹ ਵੀ ਆਉਂਦਾ ਵੀ
ਜਦੋਂ ਇੱਕ ਟੈਸਟ ਹੁੰਦਾ ਜੀ ਤਾਂ ਪੰਜਾਬ ਦੇ ਨੌਜਵਾਨ ਕਾਫੀ ਥੱਲੇ ਰਹਿ ਜਾਂਦੇ ਆ ਜੀ। ਨਹੀਂ, ਤੁਸੀਂ ਮੈਨੂੰ ਇੱਕ ਗੱਲ ਇਹ ਦੱਸੋ, ਤੁਸੀਂ ਇੰਟਰਨੈਟ ਨੂੰ ਦੇਖਿਆ ਹੈ? ਇੰਟਰਨੈਟ ਦੀ ਖੋਜ ਕਰਨ ਵਾਲਾ ਫਾਈਬਰ ਆਪਟਿਕਸ ਡਾਕਟਰ ਨਰਿੰਦਰ ਸਿੰਘ ਕੰਪਾਨੀ ਸੀਗੇ, ਜਿਨ੍ਹਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਜਿਹੜੀ ਹੈ ਬੀਟੈਕ ਕੀਤੀ ਸੀ, ਔਰ ਉਸ ਤੋਂ ਬਾਅਦ ਉਹ ਐਮਐਸ ਕਰਨ ਲਈ ਬਾਹਰ ਗਏ। ਕਿਉਂ ਉਹਨਾਂ ਨੂੰ ਬਾਹਰ ਜਾਣ ਦਿੱਤਾ ਹੈਗਾ? ਕਿਉਂ ਉਹਨਾਂ ਦੇ ਜਿਹੜਾ ਕੈਲੀਬਰ ਸੀਗਾ, ਉਸ ਕੈਲੀਬਰ ਦੀ ਜੌਬ ਇੱਥੇ ਨਹੀਂ ਦਿੱਤੀ ਗਈ? ਕਿਉਂ ਸੈਲਰੀ ਇੰਨੀ ਇੱਥੇ ਨਹੀਂ ਦਿੱਤੀ ਗਈ? ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਦਾ ਪੈਸਾ ਵੱਡੇ ਪੂਰੇ ਮੁਹੱਲੀ ਸ਼ਹਿਰ 'ਚ ਹਰ 100 ਮੀਟਰ ਤੋਂ ਬਾਅਦ ਇੱਕ ਵੱਡਾ ਹੋਰਡਿੰਗ ਲੱਗਿਆ, ਜਿਹਦੇ 'ਤੇ 4-5 ਹਜ਼ਾਰ ਲੱਗੇ ਵੀ ਹੋਰਡਿੰਗ ਲਗਾਉਣੇ ਹੈ, ਜਾਂ ਗੁਜਰਾਤ ਦੀਆਂ ਅਖਬਾਰਾਂ ਦੇ ਵਿੱਚ ਜਿਹੜੇ ਆ ਆਪਣੀਆਂ ਇਸ਼ਤਿਹਾਰ ਦੇਣੇ ਆ, ਜਾਂ ਇੱਥੇ ਦੀ ਜਿਹੜੀ ਕਰੀਮ ਹੈ ਉਹਨੂੰ ਰੋਕਣਾ। ਇੱਥੇ ਕਿਉਂ ਨਹੀਂ ਇੱਥੇ ਦੀਆਂ IT ਇੰਡਸਟਰੀ ਇੰਨੀ ਵਧੀਆ ਹੈਗੀ ਵੀ ਜਿਹੜੀ ਕਰੀਮ ਹੈ ਬਾਹਰ ਨਾ ਜਾਵੇ, ਉਹਨਾਂ ਨੂੰ ਇੱਥੇ ਮੌਕੇ ਦਿੱਤੇ ਜਾਣ? ਜੇ ਮੌਕੇ ਨਹੀਂ ਮਿਲਦੇ ਤਾਂ ਹੀ ਬਾਹਰ ਜਾਂਦੇ ਨੇ। ਕਿਹੜਾ, ਮੈਂ ਫਿਰ ਉਹੀ ਰਿਪੀਟ ਕਰਦਾ, ਕਿਹੜਾ ਬੰਦਾ ਆਪਣੇ ਰਿਸ਼ਤੇਦਾਰਾਂ ਨੂੰ, ਮਾਂ-ਬਾਪ ਨੂੰ, ਭੈਣ ਭਰਾਵਾਂ ਨੂੰ ਛੱਡ ਕੇ ਬਾਹਰ ਜਾਣਾ ਚਾਹੁੰਦਾ? ਬਾਹਰ ਰਹਿਣਾ ਬਹੁਤ ਔਖਾ ਹੈ ਆਪਣੀ ਫੈਮਿਲੀ ਤੋਂ ਬਿਨਾਂ। ਤੇ ਬਾਹਰ ਤੇ ਜਿਹੜੇ ਲੋਕ ਇੱਥੇ ਆਪਣਾ ਬਿਜ਼ਨਸ ਵਧੀਆ ਕਰ ਸਕਦੇ ਆ ਜੀ, ਕਿਉਂਕਿ ਬਾਹਰ ਜਿਹਦੇ ਕੋਲ 8-10 ਲੱਖ 15 ਲੱਖ ਤੱਕ ਦਾ ਹੈਗਾ ਉਹ ਹੀ ਜਾ ਰਿਹਾ ਜੀ, ਜ਼ਮੀਨਾਂ ਵੇਚ ਕੇ ਜਾ ਰਹੇ, ਤਾਂ ਉਹ ਬਿਜ਼ਨਸ ਵੀ ਤਾਂ ਕਰ ਸਕਦੇ ਆ ਜੀ ਕੋਈ। ਮੈਂ ਤੁਹਾਨੂੰ ਫਿਰ ਉਹੀ ਕਹਿਣਾ ਜੀ, ਪੰਜਾਬ ਹੈ, ਸਾਡੀ ਰੂਹ ਇੱਥੇ ਵਸਦੀ ਹੈ, ਮੇਰੀ ਨਹੀਂ, ਜਿੰਨੇ ਵੀ ਉੱਥੇ ਪ੍ਰਵਾਸੀ ਹੈ। ਜੇ ਕੋਈ ਇਨਸਾਨ ਇੱਥੇ ਵਧੀਆ ਕਮਾ ਰਿਹਾ, ਵਧੀਆ ਉਹਦੇ ਕੋਲ ਵਸੀਲੇ ਹੈ, ਉਹਦੀ ਸਾਰੀ ਫੈਮਿਲੀ ਨਾਲ ਹੈ, ਅਤੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਜੇ ਉਹਨੂੰ ਵਧੀਆ ਜਿਹੜੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੈ, ਓਨਾ ਕੁ ਉਹਨੂੰ ਖਾਣ ਨੂੰ ਮਿਲਦਾ ਜਿੰਨਾ ਕੁ ਉਹਨੂੰ ਚਾਹੀਦਾ, ਮੇਰੇ ਖਿਆਲ ਫਿਰ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਅਤੇ ਇਹ ਗੱਲ, ਕਿਉਂਕਿ ਤੁਸੀਂ ਇੱਕ ਇਮੀਗ੍ਰੇਸ਼ਨ ਲਾਇਰ ਵੀ ਹੋ, ਉਹਨਾਂ ਸਾਰੇ ਹਿੱਤਾਂ ਨੂੰ ਆਪਣਿਆਂ ਨੂੰ ਪਿੱਛੇ ਰੱਖ ਕੇ ਕਹਿੰਦੇ ਹੋ। ਮੈਂ ਬਿਲਕੁਲ ਜੀ, ਮੈਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਉੱਥੇ ਮੇਰੇ ਕੋਲ ਲਾਇਸੈਂਸ ਹੈ, ਪਰ ਮੈਂ ਫਿਰ ਵੀ ਇਹ ਗੱਲ ਕਹਿ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਆਪਣੇ ਰੁਜ਼ਗਾਰ ਦੇ ਵਸੀਲੇ ਨੇ, ਜਿਨ੍ਹਾਂ ਕੋਲ ਆਪਣਾ ਖਾਣ ਪੀਣ ਜੋਗਾ ਵਧੀਆ ਕਮਾ ਲੈਂਦੇ ਨੇ, ਸੁੱਖ ਸਹੂਲਤਾਂ ਵਾਲਾ, ਜਿਨ੍ਹਾਂ ਦੀ ਫੈਮਿਲੀ ਇੱਥੇ ਹੈ, ਉਹਨਾਂ ਨੂੰ ਮੇਰੇ ਖਿਆਲ ਇਹ ਪੰਜਾਬ ਵਰਗਾ ਜਿਹੜਾ ਸਵਰਗ ਹੈ ਉਹਨੂੰ ਛੱਡ ਕੇ ਜਾਣ ਦੀ ਲੋੜ ਨਹੀਂ। ਪਰ ਇੱਥੇ ਦਾ ਜਿਹੜਾ ਸਿਸਟਮ ਹੈ ਉਹ ਸੁਧਰਨਾ ਚਾਹੀਦਾ ਹੈ। ਪਹਿਲਾਂ ਇੱਕ ਸਰਕਾਰ ਆਈ, ਉਹ ਕਹਿੰਦੇ ਜੀ ਉਸ ਤੋਂ ਬਾਅਦ ਬਦਲਾਵ ਲਿਆਉਣਾ ਹੈ। ਸੋ ਜਿਹੜਾ ਮੈਂ ਬਦਲਾਵ ਇੱਥੇ ਆ ਕੇ ਪਿਛਲੇ 1 ਮਹੀਨੇ 'ਚ ਦੇਖਿਆ, ਅਤੇ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਵੀ ਹੁਣ ਤਾਂ ਵਾਹਿਗੁਰੂ ਹੀ ਰਾਖਾ ਇਸ ਪੰਜਾਬ ਦਾ, ਔਰ ਪੰਜਾਬ ਦਾ ਸਿਸਟਮ ਪਹਿਲਾਂ ਨਾਲੋਂ ਵੀ ਬੁਰਾ ਹੋ ਚੁੱਕਾ ਹੈ। ਤੁਸੀਂ ਜਿੰਨੇ ਮਰਜ਼ੀ ਦਾਅਵੇ ਕਰ ਲਓ, ਮੁਹਾਲੀ ਦੀਆਂ ਸੜਕਾਂ ਦੀ ਹਾਲਤ ਦੇਖ ਲਓ, ਮੁਹਾਲੀ ਦੀਆਂ ਟ੍ਰੈਫਿਕ ਦੀ ਹਾਲਤ ਦੇਖ ਲਓ, ਕੋਈ ਕਿੱਧਰੋਂ ਵੀ ਗੱਡੀ ਕੱਢ ਕੇ ਲੈ ਆਉਂਦਾ, ਗਰੀਨ ਲਾਈਟ 'ਤੇ ਵੀ ਗੱਡੀ ਨਿਕਲੀ ਹੁੰਦੀ ਹੈ। ਕੱਲ੍ਹ ਅਸੀਂ ਰਾਤ ਨੂੰ ਜਾ ਰਹੇ ਸੀ ਕਿਤੇ, ਅਤੇ ਰੈੱਡ ਲਾਈਟ 'ਤੇ ਅਸੀਂ ਖੜ੍ਹੇ ਹੋਏ ਸੀਗੇ, ਪੁਲਿਸ ਵਾਲੇ ਉੱਥੇ ਖੜ੍ਹੇ ਸੀਗੇ, ਲੋਕ ਉਹਨਾਂ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਜਿਹੜਾ ਰੋਂਗ ਡਰਾਈਵਿੰਗ ਕਰਕੇ ਜਾ ਰਹੇ ਸੀਗੇ, ਅਤੇ ਕੋਈ ਐਕਸ਼ਨ ਨਹੀਂ ਲੈ ਰਿਹਾ ਸੀ। ਬਾਹਰ ਜਿਹੜਾ ਕੰਟਰੀ ਉਹਨਾਂ 'ਚ ਇਹ ਸਿਸਟਮ ਜ਼ਰੂਰ ਹੈਗੇ ਹੈ, ਲਾਈਨ 'ਚ ਖੜ੍ਹੇ ਹੋ ਕੇ ਸਾਰੇ ਕੰਮ ਹੁੰਦੇ ਹੈ। ਉੱਥੇ ਵੱਡੇ ਤੋਂ ਵੱਡਾ ਇਨਸਾਨ ਹੋਵੇ, ਹੱਥ ਨਾਲ ਕੰਮ ਕਰਨਾ ਪੈਂਦਾ ਹੈ। ਉੱਥੇ ਜਿਹੜਾ ਤੁਹਾਡਾ ਇੱਕ ਸਿਸਟਮ ਹੈ, ਕੋਈ ਆਪਣੀ ਲੇਨ 'ਚੋਂ ਬਾਹਰ ਨਹੀਂ ਨਿਕਲਦਾ, ਇਸ ਲਈ ਉਹਦੇ ਐਕਸੀਡੈਂਟ ਜਿਹੜੇ ਬਹੁਤ ਘੱਟ ਹੁੰਦੇ ਆ। ਇੱਥੇ ਕੋਈ ਸਿਸਟਮ ਨਾ ਤਾਂ ਇੱਥੇ ਕੋਈ ਇਕਨੋਮਿਕਲ ਫਿਜ਼ੀਬਿਲਿਟੀ ਹੈ, ਸਟੇਬਿਲਿਟੀ ਹੈ, ਨਾ ਇੱਥੇ ਫਾਈਨੈਂਸ਼ੀਅਲ ਹੈ, ਹੁਣ ਇੱਥੇ ਸੋਸ਼ਲ ਸਟੇਬਿਲਿਟੀ ਵੀ ਨਹੀਂ ਰਹਿ ਗਈ। ਸੋ ਇਹ ਸਿਸਟਮ ਹੈ ਇੱਥੇ ਦਾ। ਇੱਥੇ ਫਿਰ ਮੰਤਰੀ ਜਾਂ ਲੀਡਰ ਨੂੰ ਰਹਿ ਜਾਣਾ ਚਾਹੀਦਾ ਜੀ, ਜਿਨ੍ਹਾਂ ਕੋਲ 8-8 10-10 40-40 ਬੰਦੇ ਸਿਕਿਉਰਿਟੀ ਦੇ, ਬਸ ਉਹੀ ਰਹਿਣ ਫਿਰ ਇੱਥੇ। ਮੇਰੇ ਖਿਆਲ ਉਹਨਾਂ ਲੋਕਾਂ ਲਈ ਵੀ ਰਹਿ ਗਿਆ ਜੀ ਇਹ, ਜਾਂ ਵੱਡੇ ਜਿਹੜੇ ਇੰਡਸਟਰੀਲਿਸਟ ਹੈ, ਜਿਹੜੇ ਹਰਿਆਣੇ ਤੋਂ ਆ ਕੇ ਪੰਜਾਬ 'ਚ ਸੈਟਲ ਹੋ ਗਏ, ਹਿਮਾਚਲ ਤੋਂ ਆ ਕੇ ਪੰਜਾਬ 'ਚ ਸੈਟਲ ਹੋ ਗਏ। ਤੁਸੀਂ ਜਿਹੜੀ ਮੋਹਾਲੀ ਸ਼ਹਿਰ ਦੀ ਡੈਮੋਗ੍ਰਾਫੀ ਦੇਖੋ, ਤੁਹਾਨੂੰ ਵੱਡੀਆਂ ਪੋਸਟਾਂ ਦੇ ਉੱਪਰ ਨੌਨ ਪੰਜਾਬੀ, ਵੱਡੇ ਫਾਈਨੈਂਸ਼ੀਅਲ ਅਦਾਰਿਆਂ ਦੇ ਵਿੱਚ ਨੌਨ ਪੰਜਾਬੀ, ਵੱਡੀ ਜਿਹੜੇ ਇੰਡਸਟਰੀਜ਼ ਹੈ ਉਹਨਾਂ ਦੇ ਵਿੱਚ ਨੌਨ ਪੰਜਾਬੀ ਮਿਲਣਗੇ। ਸੋ ਮੇਰੇ ਖਿਆਲ ਹੈ ਵੀ ਪੰਜਾਬ ਵਾਲੇ ਸਾਰੇ ਬਾਹਰ ਜਾਈ ਜਾ ਰਹੇ ਹੈ, ਬਾਹਰਲੇ ਸਟੇਟਾਂ ਵਾਲੇ ਇੱਥੇ ਆਈ ਜਾ ਰਹੇ ਹੈ। ਔਰ ਕਿਵੇਂ ਇਹ ਸਿਸਟਮ ਨੇ ਰੁਕਣਾ ਹੈ, ਕਿਵੇਂ ਸੁਧਰਨਾ ਹੈ, ਮੇਰੇ ਕੋਲ ਇਹਦਾ ਜਵਾਬ ਨਹੀਂ ਹੈਗਾ। ਡਾਕਟਰ ਸਾਹਿਬ, ਇੱਕ ਤੁਸੀਂ ਅੱਗੇ ਗੱਲ ਵੀ ਦੱਸੀ ਸੀ ਜੀ, ਕਿਉਂਕਿ ਤੁਸੀਂ ਫਤਿਹਗੜ੍ਹ ਵੀ ਪ੍ਰਿੰਸੀਪਲ ਰਹੇ ਹੋ ਜੀ ਇੱਕ ਕਾਲਜ ਦੇ ਵਿੱਚ, ਅਤੇ ਇੱਕ ਤੁਸੀਂ ਹਿਮਾਚਲ ਦੀ ਕਿਸੇ ਯੂਨੀਵਰਸਿਟੀ ਦੀ ਗੱਲ ਦੱਸੀ ਸੀਗੀ ਜੀ, ਜਿੱਥੇ ਤੁਸੀਂ ਅਪੁਆਇੰਟਮੈਂਟ ਕੁਛ ਕਰਨ ਲੱਗੇ ਸੀਗੇ, ਜਾਂ ਅਪੁਆਇੰਟ ਕੀਤੇ ਤੁਸੀਂ ਪੰਜਾਬੀ ਭਰਾ ਜਾਂ ਸਿੱਖ, ਉਹ ਦੱਸਿਓ ਜ਼ਰੂਰ ਜੀ। ਮੈਂ ਕੰਟੀਨੈਂਟਲ ਇੰਜੀਨੀਅਰਿੰਗ ਕਾਲਜ ਜਿਹੜਾ ਖੰਨਾ ਲੁਧਿਆਣਾ ਰੋਡ ਹੈ ਜੀ, ਉੱਥੇ ਪ੍ਰਿੰਸੀਪਲ ਸੀਗਾ। ਪਰ ਉਸ ਤੋਂ ਪਹਿਲਾਂ ਮੈਂ ਹਿਮਾਚਲ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ 'ਚ ਹੈੱਡ ਆਫ ਦੀ ਡਿਪਾਰਟਮੈਂਟ ਸੀਗਾ, ਅਤੇ ਉੱਥੇ ਮੈਂ ਇੰਟਰਵਿਊਜ਼ ਦੇ ਵਿੱਚ 2-4 ਪੰਜਾਬੀ ਡੋਮੀਸਾਈਲ ਵਾਲੇ ਲੈਕਚਰਰ ਨੂੰ ਅਪਾਇੰਟ ਕਰਵਾ ਦਿੱਤਾ ਸੀਗਾ। ਅਪਾਇੰਟ ਮੈਂ ਇਸ ਲਈ ਨਹੀਂ ਕਰਾਇਆ ਸੀਗਾ ਵੀ ਉਹ ਪੰਜਾਬੀ ਸੀਗੇ ਜਾਂ ਸਿੱਖ ਸੀਗੇ, ਅਪਾਇੰਟ ਇਸ ਲਈ ਕਰਾਇਆ ਸੀਗਾ ਵੀ ਉਹ ਬੜੇ ਵਧੀਆ, ਉਹਨਾਂ ਨੇ ਮਾਸਟਰਸ ਡਿਗਰੀਆਂ ਕੀਤੀਆਂ ਸੀ ਕੰਪਿਊਟਰ ਸਾਇੰਸ 'ਚ, ਉਹਨਾਂ ਦਾ ਕੈਲੀਬਰ ਸੀਗਾ, ਉਹ ਡਿਜ਼ਰਵ ਕਰਦੇ ਸੀ ਉਸ ਪੋਜੀਸ਼ਨ ਨੂੰ। ਅਤੇ ਉਹ ਹੋਇਆ ਕਿ ਵੀ
ਮੇਰੇ ਆਉਣ ਤੋਂ ਪਹਿਲਾਂ ਕੋਈ ਪੰਜਾਬੀ ਡੋਮਿਸਾਈਲ ਵਾਲਾ ਹੈੱਡ ਆਫ ਦੀ ਡਿਪਾਰਟਮੈਂਟਸ ਯੂਨੀਵਰਸਿਟੀ 'ਚ ਨਹੀਂ ਸੀਗਾ, ਔਰ ਕੋਈ ਹੋਰ ਵੀ ਜਿਹੜਾ ਪੱਗ ਵਾਲਾ ਉੱਥੇ ਨਹੀਂ ਇੰਪਲਾਈ ਕੰਮ ਕਰਦਾ ਸੀ। ਮੇਰੇ ਆਉਣ 'ਤੇ ਉਹ 4-5 ਬੰਦੇ ਇਕੱਠੇ ਅਪਾਇੰਟ ਹੋ ਗਏ। ਅਗਲੀ ਇੰਟਰਵਿਊ ਦੇ ਵਿੱਚ HP ਯੂਨੀਵਰਸਿਟੀ ਤੋਂ ਇੱਕ ਆਬਜ਼ਰਵਰ ਆਇਆ, ਉਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ। ਉਹਨਾਂ ਨੇ ਕਿਹਾ ਵੀ ਜੀ ਤੁਸੀਂ ਕਿਉਂ ਪੰਜਾਬ ਦੇ ਬੰਦੇ ਇੱਥੇ ਅਪਾਇੰਟ ਕਰ ਰਹੇ ਹੋ? ਮੈਂ ਕਿਹਾ ਜੀ ਵੀ ਮੈਂ ਅਪਾਇੰਟ ਨਹੀਂ ਕੀਤੇ, ਇੱਕ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਤੋਂ ਐਕਸਪਰਟ ਆਉਂਦਾ ਇੰਟਰਵਿਊ ਲੈਣ ਲਈ, ਇੱਕ HPU ਤੋਂ ਆਉਂਦਾ, ਇੱਕ ਇੰਟਰਨਲ ਐਕਸਪਰਟ ਹੁੰਦਾ। ਮੈਂ ਤਾਂ ਇੰਟਰਨਲ ਐਕਸਪਰਟ ਹਾਂ। ਵੀ 3 ਬੰਦਿਆਂ ਦੇ ਸਾਈਨ ਹੁੰਦੇ ਆ ਅਤੇ ਉਹ ਅਪਾਇੰਟ ਹੁੰਦੇ ਆ। ਵੀ ਜੇ ਬਾਕੀ 2 ਬੰਦਿਆਂ ਨੇ ਜਾਂ ਬਾਕੀ ਦੂਸਰੇ ਬੰਦੇ ਨੇ ਜਿਹੜਾ ਹੈਗਾ ਸਾਈਨ ਕੀਤੇ ਹੋਣਗੇ ਤਾਂ ਹੀ ਅਪਾਇੰਟ ਹੋਏ ਆ। ਉਹ ਕਹਿੰਦੇ ਨਹੀਂ ਜੀ ਵੀ ਤੁਸੀਂ ਪੰਜਾਬ ਤੋਂ, ਤੁਸੀਂ ਇੱਥੇ ਪੰਜਾਬੀਆਂ ਨੂੰ ਸਾਰਿਆਂ ਨੂੰ ਰੱਖ ਰਹੇ ਹੋ। ਇਹ ਹਿਮਾਚਲ ਦੀ ਯੂਨੀਵਰਸਿਟੀ ਹੈ, ਹਿਮਾਚਲ ਦੇ ਵਿੱਚ ਯੂਨੀਵਰਸਿਟੀ ਹੈ, ਔਰ ਇੱਥੇ ਹਿਮਾਚਲ ਡੋਮਿਸਾਈਲ ਵਾਲੇ ਬੰਦੇ ਹੀ ਜਿਹੜੇ ਆ ਉਹ ਨੌਕਰੀ ਕਰ ਸਕਦੇ ਆ। ਅਗਲੀ ਵਾਰ ਤੋਂ ਜਿਹੜਾ ਹੈ ਵੀ ਤੁਸੀਂ ਇੱਥੇ ਪੰਜਾਬ ਦਾ ਕੋਈ ਵੀ ਕੈਂਡੀਡੇਟ ਜਿਹੜਾ ਇੱਥੇ ਅਪਾਇੰਟ ਨਹੀਂ ਕਰਨਾ। ਮੈਨੂੰ ਹੁਣ ਇੱਕ ਗੱਲ ਯਾਦ ਇਹ ਆਈ ਹੈ ਵੀ ਲੱਖਾ ਸਦਾਣਾ ਨੂੰ ਲੋਕੀ ਕਹਿੰਦੇ ਨੇ ਵੀ ਇਹ ਗੈਂਗਸਟਰ ਹੈ, ਇਹ ਹੈ ਉਹ ਹੈ, ਪਰ ਇੱਕ ਗੱਲ ਉਹਦੀ ਇੰਨੀ ਹੈ ਵੀ ਉਹਦੇ ਵਰਗਾ ਬੰਦਾ ਹੌਸਲਾ ਤਾਂ ਰੱਖਦਾ ਹੈ ਵੀ ਜਿੱਥੇ ਪੰਜਾਬੀ ਮਾਂ ਬੋਲੀ ਦੀ ਇੱਜ਼ਤ ਕਰਾਉਣੀ ਹੈ, ਇੱਜ਼ਤ ਕਰਾਉਂਦਾ ਹੈ। ਔਰ ਇਹ ਵੀ ਦੱਸਦਾ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੇ ਨੌਨ ਪੰਜਾਬੀ ਨੇ ਉਹ ਉਹਨਾਂ ਦੀ ਭਰਤੀ ਹੋ ਰਹੀ ਹੈ। ਮੈਂ ਕਹਿੰਦਾ ਪੰਜਾਬ ਪੁਲਿਸ ਤੋਂ ਇਲਾਵਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਦੇਖੋ, ਪੰਜਾਬ ਇਰੀਗੇਸ਼ਨ 'ਚ ਦੇਖੋ, ਤੁਸੀਂ ਪੰਜਾਬ ਦੇ ਬਾਕੀ ਜਿਹੜੇ ਅਦਾਰੇ ਨੇ, ਪੰਜਾਬ ਸਹਿਕਾਰਤਾ ਵਿਭਾਗ ਜਿਹਦੇ ਵਿੱਚ ਬਾਹਰਲੇ ਦੇਸ਼ਾਂ ਜਿਹੜੇ ਪ੍ਰਾਂਤਾਂ ਤੋਂ ਆਏ ਹੋਏ ਲੋਕ ਨੇ ਉਹ ਜਨਰਲ ਮੈਨੇਜਰ ਦੀਆਂ ਪੋਜੀਸ਼ਨਾਂ ਤੱਕ ਪਹੁੰਚੇ ਨੇ, ਔਰ ਜਿਹੜੇ ਪੰਜਾਬ ਦੇ ਜੰਪਲ ਪੰਜਾਬ 'ਚ ਰਹੇ ਨੇ ਉਹ ਬੰਦੇ ਜਿਹੜੇ ਨੇ ਨੀਚਲੇ ਲੈਵਲ 'ਤੇ ਕੰਮ ਕਰ ਰਹੇ ਨੇ। ਔਰ ਮੈਂ ਵੀ ਦੱਸਾਂ ਵੀ ਜਦੋਂ ਮੈਂ ਪ੍ਰਿੰਸੀਪਲ ਹੁੰਦਾ ਸੀਗਾ ਇੰਜੀਨੀਅਰਿੰਗ ਕਾਲਜ 'ਚ, ਅਤੇ ਉਦੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਜਾਣਾ ਪੈਂਦਾ ਸੀਗਾ। ਔਰ ਉਸ ਟਾਈਮ 'ਤੇ ਇੱਕ ਵਾਈਸ ਚਾਂਸਲਰ ਜਿਹੜੇ ਬਾਦਲ ਸਾਹਿਬ ਨੇ ਉਹਨਾਂ ਨੂੰ ਬਣਾਇਆ ਸੀਗਾ ਵਾਈਸ ਚਾਂਸਲਰ। ਉਹਨਾਂ ਦਾ ਪਿਛੋਕੜ ਜਿਹੜਾ ਸੀਗਾ ਉਹ ਕਿਸੇ ਸੰਸਥਾ ਦੇ ਨਾਲ ਜੁੜਦਾ ਸੀਗਾ, ਔਰ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀਗੀ ਬੜੀ ਕੱਟੜ ਵਿਚਾਰਧਾਰਾ ਸੀਗੀ। ਔਰ ਉਹ ਜਿਹੜੇ ਵੀ ਪੰਜਾਬ ਦੀ ਯੂਨੀਵਰਸਿਟੀ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਔਰ ਜਿਹੜੇ ਵੀ ਪੰਜਾਬੀ ਬੋਲਦਾ ਪਗੜੀਧਾਰੀ ਹੁੰਦਾ ਸੀਗਾ ਉਹਨੂੰ ਉਹ ਬੜੀ ਈਰਖਾ ਦੀ ਨਜ਼ਰ ਦੇ ਨਾਲ, ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸੀਗੇ। ਜਿਹੜੇ ਦੂਸਰੇ ਲੋਕ ਹੁੰਦੇ ਸੀਗੇ ਉਹਨਾਂ ਦੇ ਨਾਲ ਬੜਾ ਵਧੀਆ ਉਹਨਾਂ ਦਾ ਬਿਹੇਵ ਹੁੰਦਾ ਸੀਗਾ। ਔਰ ਮੈਨੂੰ ਉਦੋਂ ਹੈਰਾਨੀ ਹੁੰਦੀ ਸੀ ਵੀ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਔਰ ਬਾਦਲ ਸਾਹਿਬ ਨੇ ਇਹਨਾਂ ਨੂੰ ਅਪਾਇੰਟ ਕੀਤਾ ਹੈ, ਔਰ ਇੱਥੇ ਜਿਹੜੇ ਆਪਣੇ ਪੰਜਾਬੀ ਲੋਕ ਨੇ ਉਹਨਾਂ ਦੇ ਨਾਲ ਜਿਹੜਾ ਵਿਵਹਾਰ ਜਿਹੜਾ ਨੀਚਲੇ ਲੈਵਲ ਦੇ ਸ਼ਹਿਰੀਆਂ ਵਾਂਗੂ ਕੀਤਾ ਜਾਂਦਾ। ਜਿਹੜੇ ਦੂਸਰੇ ਨੇ ਹਿੰਦੀ ਬੋਲਣ ਵਾਲੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ। ਔਰ ਕੁਛ ਇਹੋ ਹੀ ਕਾਰਨ ਸੀਗੇ ਜਿਹਦੇ ਕਰਕੇ ਮੈਂ ਸੋਚਿਆ ਵੀ ਮੈਨੂੰ ਹੁਣ ਪੰਜਾਬ ਛੱਡ ਕੇ ਜਾਣਾ ਚਾਹੀਦਾ ਔਰ ਮੈਨੂੰ ਬਾਹਰਲੇ ਦੇਸ਼ ਦੇ ਵਿੱਚ ਜਾਣਾ ਚਾਹੀਦਾ। ਇਹਨਾਂ ਫੈਕਟਰਾਂ ਕਰਕੇ ਹੀ ਕਿਤੇ ਨਾ ਕਿਤੇ ਮੇਰਾ ਮਨ ਜਿਹੜਾ ਬੁਝਿਆ ਸੀਗਾ, ਉਦਾਸ ਹੋਇਆ ਸੀ, ਜਿਹਦੇ ਕਰਕੇ ਮੈਂ ਜਿਹੜਾ ਦੂਸਰੇ ਦੇਸ਼ ਦੇ ਵਿੱਚ ਜਾਣ ਦਾ ਸੋਚਿਆ ਸੀਗਾ। ਭਾਅ ਜੀ ਕਿਵੇਂ ਤੁਹਾਨੂੰ ਕਦੇ ਜਿਵੇਂ ਤੁਸੀਂ 4 ਬੰਦੇ ਅਪੁਆਇੰਟ ਕੀਤੇ ਤੁਹਾਡੇ ਸਿਗਨੇਚਰ ਨਾਲ ਹੋਏ, ਤੁਸੀਂ ਇਹ ਵੀ ਦੱਸਿਆ ਵੀ ਬਾਕੀਆਂ ਨੇ ਵੀ ਕੀਤੇ ਆ ਸਿਗਨੇਚਰ ਉਹਨਾਂ ਦੀ ਅਪੁਆਇੰਟਮੈਂਟ ਦੇ ਲਈ, ਪੰਜਾਬ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਤੁਹਾਨੂੰ ਦਿਖੀ ਹੈ ਜੀ ਵੀ ਇੱਥੇ ਪ੍ਰਵਾਸੀ ਆ ਰਹੇ ਆ ਜੀ ਅਤੇ ਕੋਈ ਪੰਜਾਬੀ ਨੇ ਕਿਹਾ ਹੋਵੇ ਵੀ ਕਿਉਂ? ਮੈਂ ਦੱਸਦਾ ਜੀ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਹੈ ਜਿਹੜਾ SGPC ਦੁਆਰਾ ਰਨ ਕੀਤਾ ਜਾਂਦਾ ਹੈ। ਉੱਥੇ ਦੀ ਜਿਹੜੀ ਪ੍ਰਬੰਧਕੀ ਕਮੇਟੀ ਦੇ ਇੱਕ ਮੈਂਬਰ ਨੇ ਜਿਹੜੇ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਔਰ ਉਹਨਾਂ ਦੇ ਅਹੁਦੇਦਾਰ ਵੀ ਨੇ। ਮੈਂ ਨਾਮ ਨਹੀਂ ਉਹਨਾਂ ਦਾ ਲਵਾਂਗਾ, ਔਰ ਉਹਨਾਂ ਦਾ ਬੜਾ ਯੋਗਦਾਨ ਰਿਹਾ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ। ਕੈਨੇਡਾ ਜਾਣ ਤੋਂ ਪਹਿਲਾਂ ਇੱਕ ਵਾਰ ਉਹ ਮੈਨੂੰ ਮਿਲਣ ਦੇ ਲਈ ਜਾਣ ਤੋਂ ਪਹਿਲਾਂ ਆਏ। ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਫੈਡਰੇਸ਼ਨ ਦੇ ਇੱਕ ਹੋਰ ਆਗੂ, ਮਰਹੂਮ ਆਗੂ ਵੀ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਪਿੱਛੇ ਜੇ, ਔਰ ਉਹਨਾਂ ਦੀ ਪਤਨੀ, ਮਰਹੂਮ ਆਗੂ ਦੀ ਪਤਨੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਮਾਤਾ ਜਿਹੜਾ ਆਪਣਾ ਕਾਲਜ ਹੈ ਫਤਿਹਗੜ੍ਹ ਸਾਹਿਬ ਗੁਜਰੀ ਕਾਲਜ, ਉਹਦੇ ਵਿੱਚ ਲੈਕਚਰਰ ਸੀਗੇ। ਅਤੇ ਜਦੋਂ ਇੱਥੇ ਬ੍ਰੇਕਫਾਸਟ ਕਰਨ ਲਈ ਅਸੀਂ ਬੈਠੇ ਹਾਂ, ਮੇਰੇ ਵੱਡੇ ਭਾਈ ਸਾਹਿਬ ਵੀ ਸੀਗੇ ਉਦੋਂ ਨਾਲ। ਮੈਂ ਉਹਨਾਂ ਨੂੰ SGPC ਦੇ ਮੈਂਬਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਵੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੱਡੀਆਂ ਪੋਜੀਸ਼ਨਾਂ ਜਿੰਨੇ ਪ੍ਰੋਫੈਸਰ ਨੇ ਉਹ ਸਾਰੇ ਨੌਨ ਪੰਜਾਬੀ ਨੇ, ਕੀ ਤੁਹਾਨੂੰ ਸਿੱਖ ਪਗੜੀਧਾਰੀ ਪੱਗ ਵਾਲਾ ਪ੍ਰੋਫੈਸਰ ਨਹੀਂ ਲੱਭਦਾ PhD ਜਿਹੜਾ ਉਹਨਾਂ ਪੋਜੀਸ਼ਨਾਂ ਦੇ ਉੱਪਰ ਕੰਮ ਕਰਦਾ ਹੋਵੇ? ਕਿਉਂਕਿ ਜਿਹੜਾ ਨੌਨ ਪੰਜਾਬੀ ਆ ਉਹ ਕਿਸੇ ਪੰਜਾਬੀ ਦੇ ਨਾਲ, ਪਗੜੀਧਾਰੀ ਦੇ ਨਾਲ, ਅੰਮ੍ਰਿਤਧਾਰੀ ਨਾਲ ਹਿੰਦੀ ਦੇ ਵਿੱਚ ਗੱਲ ਕਰੇਗਾ ਹਮੇਸ਼ਾ, ਹੈ ਨਾ। ਔਰ ਉਹ ਪੰਜਾਬੀ ਜਾਂ ਤਾਂ ਪੰਜਾਬੀ ਸਿੱਖਣ, ਜਿਹਨੇ ਪੰਜਾਬ 'ਚ ਕੰਮ ਕਰਨਾ ਹੈ, ਪੰਜਾਬ 'ਚ ਰਹਿਣਾ ਹੈ, ਉਹ ਪੰਜਾਬੀ ਨੂੰ ਸਿੱਖਣ, ਲਿਖਣੀ ਸਿੱਖਣ, ਬੋਲਣੀ ਸਿੱਖਣ। ਔਰ ਮੈਂ ਇਸ ਦੇ ਲਈ ਸ਼੍ਰੀਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਬਹੁਤ ਜਿਹੜਾ ਐਪਰੀਸ਼ੀਏਟ ਕਰਦਾ ਵੀ ਉਹ ਪੰਜਾਬੀ ਬੋਲਦੇ ਨੇ, ਪੰਜਾਬੀ ਲਿਖਦੇ
ਲਿਖਦੇ ਨੇ, ਪੰਜਾਬੀ 'ਚ ਗੱਲ ਕਰਦੇ ਨੇ, ਚਾਹੇ ਉਹਨਾਂ ਦਾ ਐਕਸੈਂਟ ਜਿਹੜਾ ਪੂਰਾ ਪੰਜਾਬੀ ਨਹੀਂ ਆ ਪਰ ਪੰਜਾਬੀ 'ਚ ਗੱਲ ਕਰਦੇ ਨੇ, ਇਹਦੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਔਰ ਇੱਥੇ ਮੁਹਾਲੀ ਦੇ SSP ਹੁੰਦੇ ਸੀ ਕਿਸੇ ਟਾਈਮ ਦੇ ਵਿੱਚ 2005 ਦੇ ਵਿੱਚ, ਉਦੋਂ ਵੀ ਉਹ ਪੰਜਾਬੀ ਬੋਲਦੇ ਸੀਗੇ। ਸੋ ਮੈਂ ਉਹਨਾਂ ਨੂੰ ਜਿਹੜੇ ਫੈਡਰੇਸ਼ਨ ਦੇ ਉਸ ਟਾਈਮ SGPC ਦੇ ਇਸ ਟਾਈਮ ਮੈਂਬਰ ਨੇ, ਉਦੋਂ ਵੀ ਮੈਂਬਰ ਸੀਗੇ, ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਵੀ ਗੱਲ ਇੱਦਾਂ ਹੈ ਵੀ ਤੁਸੀਂ ਨਾ ਗੱਲਾਂ ਪ੍ਰੈਕਟੀਕਲ ਕਰਿਆ ਕਰੋ, ਤੁਸੀਂ ਇਮੋਸ਼ਨਲ ਗੱਲਾਂ ਨਾ ਕਰੋ। ਕਹਿੰਦੇ ਵੀ ਸਾਡੇ ਕੋਲ ਜੇ ਪ੍ਰੋਫੈਸਰ PhD ਪੰਜਾਬੀ ਸਿੱਖ ਹੁੰਦਾ, ਅੰਮ੍ਰਿਤਧਾਰੀ ਹੁੰਦਾ, ਤੇ ਅਸੀਂ ਉਹਨੂੰ ਉਸ ਨੌਕਰੀ 'ਤੇ ਰੱਖਦੇ। ਕਹਿੰਦੇ ਸਾਡੇ ਕੋਲ ਨਹੀਂ ਮਿਲਿਆ ਸਾਨੂੰ ਬੰਦਾ ਪੰਜਾਬੀ, ਤੇ ਕਹਿੰਦੇ ਅਸੀਂ ਇਸ ਕਰਕੇ ਨੌਨ ਪੰਜਾਬੀ ਰੱਖਿਆ। ਹੁਣ ਇੱਕ ਹੋਰ ਗੱਲ ਮੈਂ ਕਹਿਣੀ ਜਾ ਰਿਹਾ, ਜਾਣ ਤੋਂ ਪਹਿਲਾਂ 2014 'ਚ ਮੈਂ ਗਿਆ, 2013 ਦੇ ਵਿੱਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਹੈ, ਉੱਥੇ ਕੁਝ ਪੋਜੀਸ਼ਨਾਂ ਨਿਕਲੀਆਂ ਔਰ ਮੈਂ ਉੱਥੇ ਆਪਣੇ ਉੱਥੇ ਜਿਹੜਾ ਕਰਮਚਾਰੀ ਹੈ ਮੈਨੇਜਮੈਂਟ ਪੱਧਰ ਦਾ, ਮੈਂ ਉੱਥੇ ਬੈਠਾ ਹੋਇਆ ਸੀ ਉਹਨਾਂ ਦੇ ਨਾਲ, ਔਰ ਮੇਰੇ ਸਾਹਮਣੇ ਉਸ ਟਾਈਮ 'ਤੇ BJP ਦੇ ਲੀਡਰਾਂ ਦੇ ਫੋਨ ਆਏ ਔਰ ਜਿੰਨੇ ਉਹਨਾਂ ਨੇ ਫੋਨ ਕੀਤੇ ਸਾਰੇ ਦੀਆਂ ਸਾਰੀਆਂ ਸਿਫਾਰਿਸ਼ਾਂ ਜਿਹੜੀਆਂ ਨੇ ਉਹ ਨੌਨ ਪੰਜਾਬੀ ਕੈਂਡੀਡੇਟਸ ਲਈ ਸੀਗੀਆਂ ਔਰ ਉਹਨਾਂ ਨੂੰ ਉਹਨਾਂ ਫੋਨਾਂ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਨੌਕਰੀ ਦੇ ਦਿੱਤੀ ਗਈ। ਅੱਜ ਵੀ ਉਹ ਜਿਹੜੇ ਲੈਕਚਰਰ ਨੇ ਉੱਥੇ ਉਹ ਕੰਮ ਕਰ ਰਹੇ ਨੇ। ਸੋ ਹੁਣ ਤੁਸੀਂ ਦੱਸੋ ਵੀ ਪੰਜਾਬੀਆਂ ਦਾ ਆਪਣੇ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਹੈ ਕੋਈ ਵੈਲਿਊ ਨਹੀਂ ਹੈ, ਕੋਈ ਰਿਸਪੈਕਟ ਨਹੀਂ ਹੈ, ਅਤੇ ਪੰਜਾਬੀ ਬਾਹਰ ਨਾ ਜਾਣ ਤੇ ਕੀ ਕਰੀਏ? ਕੈਨੇਡਾ ਦੇ ਵਿੱਚ ਵੈਲਿਊ ਤਾਂ ਹੈ ਨਾ, ਕੈਨੇਡਾ ਦਾ ਰੱਖਿਆ ਮੰਤਰੀ ਪੰਜਾਬੀ, ਸਰੀ ਦੇ MP ਸਾਰੇ ਪੰਜਾਬੀ, ਸਰੀ ਦੇ MLA ਸਾਰੇ ਪੰਜਾਬੀ, ਸਰੀ ਦੇ ਮੇਅਰ ਕੌਂਸਲਰ ਸਾਰੇ ਪੰਜਾਬੀ। BC ਦੇ ਵਿੱਚ ਇੱਕ ਮਿਊਨਿਸਪੈਲਿਟੀ ਇੱਦਾਂ ਦੀ ਹੈ MC ਹੈ ਜਿਹਦਾ ਪੰਜਾਬੀ ਮੇਅਰ ਹੈ। ਪੂਰਾ BC ਬ੍ਰਿਟਿਸ਼ ਕੋਲੰਬੀਆ ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਪੰਜਾਬੀ ਪੋਲੀਟੀਸ਼ੀਅਨ ਨੇ ਜਿਹੜੇ ਉਹਦੇ 'ਤੇ ਬੈਠੇ ਨੇ ਆਪਣੇ ਸਰਕਾਰੀ ਉਹਦੇ 'ਤੇ ਪੋਸਟਾਂ ਦੇ ਉੱਪਰ। ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਪ੍ਰੋਫੈਸਰ ਨੇ। ਇੱਥੋਂ ਬੰਦੇ ਨੇ PhD ਪੰਜਾਬੀ ਕੀਤੀ, ਉੱਥੇ ਜਾ ਕੇ ਉਹ ਕੈਮਲੂਸ ਦੇ ਵਿੱਚ ਥੋਮਸਨ ਰਿਵਰ ਯੂਨੀਵਰਸਿਟੀ ਵਿੱਚ HOD ਕੰਪਿਊਟਰ ਸਾਇੰਸ ਪ੍ਰੋਫੈਸਰ ਬਣ ਕੇ ਬੈਠਾ ਹੈ। ਔਰ ਇੱਥੇ ਤੁਹਾਡੀਆਂ ਆਪਣੀਆਂ SGPC ਦੀ ਜਿਹੜੀਆਂ ਸੰਸਥਾਵਾਂ ਨੇ ਉਹਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਨੌਕਰੀ ਨਹੀਂ ਦੇ ਰਹੇ। ਤੁਸੀਂ ਪੰਜਾਬ ਯੂਨੀਵਰਸਿਟੀ ਦੇਖ ਲਓ, ਪੰਜਾਬ ਯੂਨੀਵਰਸਿਟੀ 'ਚ ਕਿੰਨੇ ਪਗੜੀਧਾਰੀ ਨੇ ਮੈਨੂੰ ਦੱਸੋ ਪ੍ਰੋਫੈਸਰ ਇਸ ਟਾਈਮ ਕੰਮ ਕਰਦੇ। ਤੁਸੀਂ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇਖ ਲਓ, ਦੱਸ ਦਿਓ ਮੈਨੂੰ ਕਿੰਨੇ ਬੰਦੇ ਉੱਥੇ ਪੰਜਾਬੀ ਕੰਮ ਕਰਦੇ ਨੇ ਜਿਹੜੇ ਪੱਗ ਬੰਨ੍ਹਦੇ ਨੇ। ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇਖ ਲਓ ਕਿੰਨੇ ਬੰਦੇ ਨੇ ਪੰਜਾਬੀ ਕੰਮ ਕਰਦੇ ਨੇ ਜਿਨ੍ਹਾਂ ਨੇ ਪਗੜੀਆਂ ਰੱਖੀਆਂ ਹੋਈਆਂ ਨੇ। ਪੰਜਾਬ ਦੀ ਧਰਤੀ ਦੇ ਪੰਜਾਬ ਦੇ ਪਿੰਡਾਂ ਦੇ ਉੱਪਰ ਚੰਡੀਗੜ੍ਹ ਬਣਿਆ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ, ਪੰਜਾਬ ਦੇ ਪੈਸੇ ਦੇ ਨਾਲ ਚੰਡੀਗੜ੍ਹ ਬਣਿਆ। ਪੰਜਾਬ ਯੂਨੀਵਰਸਿਟੀ ਨੂੰ ਜਿਹੜੀ ਹੈ ਪੰਜਾਬ ਗੌਰਮੈਂਟ ਪੈਸਾ ਦਿੰਦੀ ਹੈ, ਪੰਜਾਬ ਯੂਨੀਵਰਸਿਟੀ ਪੰਜਾਬ ਗੌਰਮੈਂਟ ਦੇ ਪੈਸੇ ਦੇ ਉੱਪਰ ਚੱਲਦੀ ਹੈ। ਔਰ ਇੱਥੇ ਜਿਹੜੀ ਹੈਗੀ ਆ ਪੰਜਾਬੀਆਂ ਦੀ ਕੋਈ ਜਿਹੜੀ ਹੈ ਕੋਈ ਬੁੱਕਤ ਹੀ ਨਹੀਂ, ਕੋਈ ਔਕਾਤ ਹੀ ਨਹੀਂ ਹੈ। ਚੰਡੀਗੜ੍ਹ ਜਦੋਂ ਬਣਿਆ ਸੀ ਤੇ ਕਿਹਾ ਗਿਆ ਸੀ 60% ਇੰਪਲਾਈ ਜਿਹੜੇ ਪੰਜਾਬ ਦੇ ਹੋਣਗੇ, 40% ਜਿਹੜੇ ਨੇ ਉਹ ਹਰਿਆਣੇ ਦੇ ਹੋਣਗੇ। ਹੁਣ ਤੁਸੀਂ ਦੇਖ ਲਓ ਵੀ ਪਿੱਛੇ ਜਿਹੜਾ ਹੈ ਗ੍ਰਹਿ ਸਕੱਤਰ ਜਿਹੜਾ ਸੀਗਾ ਚੰਡੀਗੜ੍ਹ ਦਾ ਉਹ ਹਰਿਆਣਾ ਕੈਡਰ ਦਾ ਸੀਗਾ। ਉਹਨਾਂ ਭਾਈ ਸਾਹਿਬ ਨੇ ਸਾਰੇ ਦੇ ਸਾਰੇ ਜਿਹੜੇ ਇੰਪਲਾਈ ਨੇ ਉਹ ਹਰਿਆਣਾ ਕੈਡਰ ਦੇ ਭਰਤੀ ਕਰ ਦਿੱਤੇ ਹਰਿਆਣੇ ਦੇ ਵਿੱਚ। ਪੰਜਾਬ ਕੈਡਰ ਦਾ ਕੋਈ ਬੰਦਾ ਲੱਭਦਾ ਹੀ ਨਹੀਂ ਇੱਥੇ। ਪਰ ਇਹੀ ਗੱਲ ਤਾਂ ਜਿਹੜੇ ਸਰਕਾਰ ਦੇ ਸਮਰਥਕ ਕਹਿ ਲਓ ਜਾਂ ਤੁਸੀਂ ਜਿਨ੍ਹਾਂ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਨੌਨ ਪੰਜਾਬੀ ਨਹੀਂ ਰੱਖੇ, ਉਹਨਾਂ ਦੇ ਸਮਰਥਕ ਕਹਿ ਲਓ, ਉਹ ਕਹਿੰਦੇ ਜਦੋਂ ਤਾਂ ਜੀ ਕੋਈ ਪੰਜਾਬੀ ਕੈਨੇਡਾ ਦੇ ਵਿੱਚ ਰੱਖੇ ਜਾਂਦੇ ਆ, ਕੈਨੇਡਾ ਦੇ ਵਿੱਚ ਅੰਗਰੇਜ਼ ਰੱਖੇ ਜਾਣ, ਉੱਥੇ ਗੋਰਿਆਂ ਦਾ ਮੁਲਕ ਹੈ ਗੋਰੇ ਰੱਖੇ ਜਾਣ, ਜਾਂ ਫਿਰ UP ਦੇ ਵਿੱਚ ਕੋਈ ਪਗੜੀਧਾਰੀ ਪੁਲਿਸ ਆਫੀਸਰ ਬਣ ਜਾਂਦਾ, ਉਦੋਂ ਤਾਂ ਕਹਿੰਦੇ ਬੜੀਆਂ ਛਾਲਾਂ ਮਾਰਦੇ ਪੰਜਾਬੀ। ਉਦੋਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਪ੍ਰਵਾਸੀਆਂ ਦੇ ਜਾ ਕੇ ਕਿਉਂ ਪੰਜਾਬੀਆਂ ਨੂੰ ਰੱਖਿਆ? ਉਦੋਂ ਕਿਉਂ ਕਹਿੰਦੇ ਤੁਸੀਂ ਫਿਰ ਉਹ ਕਰਦੇ ਹੋ? ਮੈਂ ਪਹਿਲਾਂ ਹੀ ਕਿਹਾ ਜੇ ਅਸੀਂ ਕੈਨੇਡਾ ਜਾ ਕੇ ਪ੍ਰਾਪਤੀਆਂ ਕੀਤੀਆਂ ਨੇ ਤੇ ਅਸੀਂ ਉਹਨਾਂ ਦੇ ਸਿਸਟਮ ਨੂੰ ਅਪਣਾਇਆ, ਨਾ ਕਿ ਆਪਣਾ ਸਿਸਟਮ ਉਹਨਾਂ 'ਤੇ ਥੋਪਿਆ। ਕੀ ਅਸੀਂ ਕਿਹਾ ਆਨਰੇਬਲ ਜਸਟਿਨ ਟਰੂਡੋ ਨੂੰ ਕਿ ਤੁਸੀਂ ਪੰਜਾਬੀ 'ਚ ਗੱਲ ਕਰੋ? ਕੀ ਅਸੀਂ ਕਿਹਾ ਉੱਥੇ ਦੇ ਲੋਕਾਂ ਨੂੰ ਵੀ ਤੁਸੀਂ ਪੰਜਾਬੀ 'ਚ ਗੱਲ ਕਰੋ? ਅਸੀਂ ਉਹਨਾਂ ਦੀ ਇੰਗਲਿਸ਼ ਸਿੱਖੀ ਹੈ, ਅਸੀਂ ਆਈਲੈਟਸ ਕਰਕੇ ਜਾਂਦੇ ਹਾਂ, ਆਈਲੈਟਸ ਸਕੋਰ ਕਰਕੇ ਜਾਂਦੇ ਹਾਂ। ਜੇ ਸਾਡੀ ਕਾਬਲੀਅਤ ਹੁੰਦੀ ਹੈ, ਜੇ ਸਾਡੀ ਕੁਆਲੀਫਿਕੇਸ਼ਨ ਹੁੰਦੀ ਹੈ ਤਾਂ ਹੀ ਸਾਨੂੰ ਜਾ ਕੇ ਉੱਥੇ ਨੌਕਰੀ ਮਿਲਦੀ ਹੈ। ਮੈਂ ਜਾ ਕੇ ਉੱਥੇ ਪੜ੍ਹਾਇਆ, ਉੱਥੇ ਦੀ ਯੂਨੀਵਰਸਿਟੀ ਦੇ ਵਿੱਚ ਮੈਂ ਆਪਣੀ ਐਕਸਪੀਰੀਅੰਸ ਦੇ ਉੱਪਰ, ਆਪਣੀ ਕਾਬਲੀਅਤ ਦੇ ਉੱਪਰ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਪ੍ਰੂਵ ਕੀਤਾ, ਤਾਂ ਜਾ ਕੇ ਕੀਤਾ। ਔਰ ਇੰਗਲਿਸ਼ ਦੇ ਵਿੱਚ ਜਾ ਕੇ ਪੜ੍ਹਾਇਆ, ਮੈਂ ਪੰਜਾਬੀ 'ਚ ਤਾਂ ਜਾ ਕੇ ਨਹੀਂ ਪੜ੍ਹਾਇਆ ਨਾ। ਇੱਥੇ ਆ ਕੇ ਤੁਸੀਂ ਹਿੰਦੀ ਦੇ ਵਿੱਚ ਗੱਲ ਕਰਦੇ ਹੋ, ਹਿੰਦੀ ਦੇ ਵਿੱਚ ਪੜ੍ਹਾਉਂਦੇ ਹੋ, ਅਗਲਾ ਬੰਦਾ ਪੰਜਾਬੀ ਬੋਲ ਰਿਹਾ, ਤੁਸੀਂ ਹਿੰਦੀ 'ਚ ਗੱਲ ਕਰ ਰਹੇ ਹੋ, ਤਾਂ ਤੁਸੀਂ ਵੀ ਪੰਜਾਬੀ ਸਿੱਖੋ। ਜਿੱਦਾਂ ਮੈਂ ਬਾਰ-ਬਾਰ ਫਿਰ ਉਹੀ ਰਿਪੀਟ ਕਰ ਰਿਹਾ ਗੱਲ ਕਿ ਸ਼੍ਰੀਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੈਂ ਬਾਰ-ਬਾਰ ਜਿਹੜੀ ਐਪਰੀਸੀਏਸ਼ਨ ਕਰਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਇੱਥੇ ਦੇ ਸਿਸਟਮ 'ਚ ਢਾਲ ਲਿਆ। ਉਹ ਇਹੋ ਹੀ ਕਹਿੰਦੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਹਾਂ, ਮੈਂ ਉੱਥੇ ਜਨਮ ਲਿਆ ਪਟਨਾ ਸਾਹਿਬ 'ਚ, ਮੈਂ ਪੰਜਾਬ ਦਾ ਪੁੱਤ ਹਾਂ। ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਵਿੱਚ ਢਾਲ ਲਿਆ। ਅਤੇ ਜਿਹੜੇ ਬਾਹਰੋਂ ਆਏ ਲੋਕ ਨੇ ਉਹ ਕਿਉਂ ਨਹੀਂ ਆਪਣੇ ਆਪ ਨੂੰ ਪੰਜਾਬ ਦੀ ਸੱਭਿਅਤਾ ਦੇ ਹਿਸਾਬ ਨਾਲ ਢਾਲਦੇ? ਕਿਉਂਕਿ ਪੰਜਾਬੀਆਂ ਦੇ ਵਿੱਚ ਰਚ ਮਿਚ ਕਿਉਂ ਨਹੀਂ ਜਾਂਦੇ? ਕਿਉਂ ਜਿਹੜੀ ਆਪਣੀ ਲੈਂਗੁਏਜ ਹੈ ਜਾਂ ਆਪਣੀ ਸੱਭਿਅਤਾ ਉਹਨਾਂ 'ਤੇ ਥੋਪਦੇ ਨੇ? ਇਹਦੇ ਲਈ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ। ਨਹੀਂ, ਸਰਕਾਰ ਨਹੀਂ ਧਿਆਨ ਦੇਣਾ ਜੀ, ਹੋਰ ਕਿੰਨੇ ਧਿਆਨ ਦੇਣਾ? ਸਰਕਾਰ ਧਿਆਨ ਦੇਗੀ। ਅਤੇ ਮੈਂ ਜਿਹੜਾ ਕਹਿੰਦਾ ਵੀ ਜਿਹੜੀ ਇੱਥੇ
ਕਰੀਮ ਜਿਹੜੀ ਹੈਗੀ ਆ ਪੜ੍ਹੇ ਲਿਖੇ ਲੋਕ ਨੇ ਤਾਂ ਹੀ ਰੁਕਣਗੇ ਉਹ ਪੰਜਾਬ ਤੋਂ ਬਾਹਰ ਜਾਣ ਦੇ ਲਈ, ਨਹੀਂ ਤਾਂ ਜਿਹੜਾ ਪੰਜਾਬ ਹੈ ਉਹ ਸਾਰੇ ਇੰਟੈਕਚੁਅਲ ਲੋਕਾਂ ਤੋਂ ਖਾਲੀ ਇੱਦਾਂ ਹੀ ਹੁੰਦਾ ਜਾਏਗਾ। ਔਰ ਮੇਰੇ ਖਿਆਲ 'ਚ ਇਸ ਤੋਂ ਮੰਦਭਾਗੀ ਗੱਲ ਜਿਹੜੀ ਹੈ ਪੰਜਾਬ ਲਈ ਮਾੜੀ ਨਹੀਂ ਹੋਏਗੀ। ਕਿਉਂਕਿ ਫਿਰ ਮੈਂ ਕਹਿੰਦਾ ਸਰੀਰ ਉਹਨਾਂ ਦਾ ਬਾਹਰ ਚਲਾ ਜਾਏਗਾ, ਰੂਹ ਉਹਨਾਂ ਦੀ ਇੱਥੇ ਹੀ ਰਹਿ ਜਾਏਗੀ, ਰੂਹ ਉਹਨਾਂ ਦੀ ਇਸੇ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ 'ਚ ਹੀ ਵਸੇਗੀ, ਆਤਮਾ ਉਹਨਾਂ ਦੀ ਪੰਜਾਬੀ ਦੀ ਸੇਵਾ ਕਰਕੇ ਹੀ ਖੁਸ਼ ਹੋਏਗੀ। ਸੋ ਬਿਲਕੁਲ ਬੜੇ ਮਾੜੇ ਹਾਲਾਤਾਂ ਨੂੰ ਬਿਆਨ ਕਰਦੇ ਨੇ ਨਰਾਈ ਭਰਾ ਸਾਡੇ। ਅਜਿਹੀ ਤਸਵੀਰ ਨਹੀਂ ਹੋਣੀ ਚਾਹੀਦੀ। ਔਰ ਡਾਕਟਰ ਜਸਵਿੰਦਰ ਸਿੰਘ ਦਲਾਵਰੀ ਉਹ ਇਨਸਾਨ ਜਿਹੜੇ ਪਿਛਲੇ ਦਿਨੀ ਆਪਣੇ ਭਰਾ ਦੇ ਲਈ ਮਿੰਨਤਾਂ ਤਰਲੇ ਤੱਕ ਕਰਦੇ ਰਹੇ, ਔਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਆਪਾਂ ਨੇ ਉਹ ਖਬਰ ਵੇਖੀ, ਔਰ ਅਸੀਂ ਪੰਜਾਬੀ ਲੋਕ ਚੈਨਲ ਦੇ ਉੱਤੇ ਵੀ ਲਗਾਈ ਵੀ ਅਜਿਹਾ ਨਹੀਂ ਹੋਣਾ ਚਾਹੀਦਾ। ਪਰ ਨੈਤਿਕਤਾ ਦੇ ਤੌਰ 'ਤੇ, ਸਿਸਟਮ ਦੇ ਤੌਰ 'ਤੇ ਸਾਡਾ ਸਾਰਿਆਂ ਦਾ ਹਰ ਤਰ੍ਹਾਂ ਦੇ ਪੱਖ ਦੇ ਨਾਲ ਜੇ ਦੇਖੀਏ, ਸੋਸ਼ਲੀ, ਆਰਥਿਕ ਤੌਰ 'ਤੇ ਜਾਂ ਨੈਤਿਕ ਤੌਰ 'ਤੇ ਬੇੜਾ ਜਿਹਾ ਗਰਕਿਆ ਲੱਗਦਾ। ਪਰ ਇਹਦੇ ਲਈ ਸਰਕਾਰਾਂ ਕੁਝ ਨਾ ਕੁਝ ਜ਼ਰੂਰ ਕਰ ਸਕਦੀਆਂ ਹੁੰਦੀਆਂ ਨੇ। ਸਰਕਾਰਾਂ ਨੇ ਹੀ ਸਿਸਟਮ ਬਣਾਉਣੇ ਹੁੰਦੇ ਆ, ਅਤੇ ਜਿੱਥੇ ਇਹ ਰਹਿੰਦੇ ਨੇ ਕੈਨੇਡਾ ਦੇ ਵਿੱਚ, ਤਾਂ ਉੱਥੇ ਵੀ ਸਰਕਾਰਾਂ ਦੇ ਕੋਲ ਹੀ ਸਰਕਾਰਾਂ ਨੇ ਹੀ ਉਹ ਸਿਸਟਮ ਬਣਾਏ ਹੋਏ ਨੇ। ਇਸ ਕਰਕੇ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਇੱਕ ਦੁੱਖ, ਜਿਵੇਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜੋ ਇਹਨਾਂ ਨੇ ਗੱਲ ਦੱਸੀ ਹੈ ਹਸਪਤਾਲ ਦੀ, ਤਾਂ ਉਹਦੇ ਨਾਲ ਵੀ ਬੜਾ ਮਨ ਦੁਖੀ ਹੁੰਦਾ ਹੈ। ਅਤੇ ਉਹਦੇ ਵੱਲ ਵੀ ਜੇ ਇਕੱਲੇ ਬੋਰਡ ਚੇਂਜ ਕਰਕੇ ਨਹੀਂ ਮਾਨ ਸਾਹਿਬ ਕੁਛ ਹੋਣਾ, ਸਾਨੂੰ ਬੋਲੀ ਵੀ ਜਿਹੜੀ ਹੈਗੀ ਹੈ, ਜੋ ਸਾਡੀ ਮਾਂ ਬੋਲੀ ਹੈ ਪੰਜਾਬੀ, ਉਹ ਵੀ ਲਾਗੂ ਕਰਵਾਉਣੀ ਪੈਣੀ ਹੈ। ਉਹ ਚਾਹੇ ਲਿਖਤੀ ਰੂਪ ਦੇ ਵਿੱਚ ਹੋਵੇ ਜਾਂ ਫਿਰ ਬੋਲਣ ਦੇ ਲਈ ਹੋਵੇ। ਹਰ ਇੱਕ ਅਦਾਰੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।